ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ ਮੈਂ ਹਾਂ ਰਾਜਵਿੰਦਰ ਕੌਰ। ਸਤਿ ਸ਼੍ਰੀ ਅਕਾਲ, ਮੈਂ ਜਿੰਦੀ ਮਰਜਾਣੀ ਤੇ ਇੱਕ ਵਾਰ ਦੋਸਤੋ ਫਿਰ ਲੈ ਕੇ ਹਾਜ਼ਰ ਹੋ ਗਏ ਆ ਪ੍ਰੋਗਰਾਮ ਖਬਰਸਾਰ। ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਖਬਰਸਾਰ ਦੇ ਵਿੱਚ ਆਪਾਂ ਲਈ ਦੀ ਆ ਖਬਰਾਂ ਦੀ ਸਾਰ। ਤੇ ਰਾਜਵਿੰਦਰ, ਕਿਹੜੀਆਂ ਖਬਰਾਂ ਜਿਨ੍ਹਾਂ ਦੀ ਅੱਜ ਆਪਾਂ ਲੈਣੀ ਆ ਸਾਰ? ਤੇ ਪਹਿਲਾਂ ਤਾਂ ਇਹੀ ਹੈ ਕਿ ਕੱਲ ਦੀ ਛੁੱਟੀ ਤੋਂ ਬਾਅਦ ਆਏ ਆ ਤਾਂ ਬੜੇ ਸਮਾਰਟ ਲੱਗ ਰਹੇ ਆ। ਥੈਂਕ ਯੂ ਮੈਮ, ਤੁਸੀਂ ਵੀ ਪੂਰੀ ਟੂਰ ਕੱਢ ਕੇ ਬੈਠੇ ਹੋਈ ਆ। ਤਾਂ ਚਲੋ ਆਪਾਂ ਖਬਰਾਂ ਦੀ ਗੱਲ ਸ਼ੁਰੂ ਕਰਦੇ ਹਾਂ ਕਿ ਵੈਸੇ ਹੈ ਤਾਂ ਸਾਰੀਆਂ ਕਰੋਨਾ ਨਾਲ ਹੀ ਰਿਲੇਟਡ, ਪਰ ਅੱਜ ਇਹ ਹੈ ਕਿ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਨਾ ਉਹਨਾਂ ਨੂੰ ਬਿਆਨ ਕਰ ਰਹੀਆਂ ਜਿਹੜੀਆਂ ਅੱਜ ਦੀਆਂ ਖਬਰਾਂ, ਕਿਉਂਕਿ ਬਹੁਤ ਜਗ੍ਹਾ ਤੇ ਸਰਕਾਰ ਨੇ ਇਹੋ ਜਿਹੇ ਕੰਮ ਕੀਤੇ ਕਿ ਸਰਕਾਰ ਦੀਆਂ ਅਣਗਹਿਲੀਆਂ ਖੁੱਲ੍ਹ ਕੇ ਸਾਹਮਣੇ ਆ ਗਈਆਂ। ਪਹਿਲੀ ਨਿਊਜ਼ ਤਾਂ ਹੈਗੀ ਹੈ ਜੀ ਕਿ ਕੋਵਿਡ ਦੇ ਟਾਕਰੇ ਦੇ ਲਈ ਕੇਂਦਰ ਵੱਲੋਂ ਨਵਾਂ ਪ੍ਰਬੰਧ, ਮੈਡੀਕਲ ਯੋਗਤਾ ਪ੍ਰਾਪਤ ਕੇਂਦਰੀ ਮੁਲਾਜ਼ਮਾਂ ਨੂੰ ਪ੍ਰੈਕਟਿਸ ਦੀ ਆਗਿਆ। ਤੇ ਰਾਜਵਿੰਦਰ, ਮੈਂ ਤਾਂ ਇਹੀ ਕਹੂੰਗੀ ਕਿ ਸਾਡੀ ਸਰਕਾਰ ਜਿਹੜੀ ਆ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਕਰੀਏ ਤੇ ਕੀ ਕਰੀਏ। ਇੱਕ ਪਾਸੇ ਜਿਹੜਾ ਫੁੱਲੀ ਟ੍ਰੇਨਡ ਸਟਾਫ ਆ, ਜਿਹੜੇ ਪਿਛਲੇ ਸਾਲ ਵੀ ਉਹ ਆਪਣੀਆਂ ਜਿੱਦਾਂ ਕਹਿੰਦੇ ਹੁੰਦੇ ਆ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ ਸੀਗੀਆਂ। ਤੇ ਉਹ ਵੀ ਆਪਾਂ ਕਹਿ ਲਈਏ ਉਸ ਟਾਈਮ ਦੇ ਵਿੱਚ ਜਦੋਂ ਇਹ ਮਹਾਮਾਰੀ ਜਿਹੜੀ ਆ ਨਵੀਂ ਆਈ ਸੀਗੀ, ਉਹਨਾਂ ਨੇ ਆਪਣੀ ਜਾਨ ਜਿਹੜੀ ਹੈਗੀ ਜੋਖਮ ਦੇ ਵਿੱਚ ਪਾ ਕੇ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ। ਆਪਣਾ ਜਿੱਦਾਂ ਕਹਿੰਦੇ ਹੁੰਦੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ, ਪਰ ਫਿਰ ਵੀ ਸੇਵਾਵਾਂ ਉਹ ਦਿੰਦੇ ਰਹੇ ਆ। ਭਾਵੇਂ ਚਲੋ ਠੀਕ ਹੈ ਸਾਨੂੰ ਤਨਖਾਹਾਂ ਮਿਲਦੀਆਂ, ਤਨਖਾਹ ਲੈ ਕੇ ਇੰਨੀ ਕੁ ਤਨਖਾਹ ਲੈ ਕੇ ਕੋਈ ਆਪਣੀ ਜਾਨ ਜਿਹੜੀ ਹੈਗੀ ਜੋਖਮ ਦੇ ਵਿੱਚ ਨਹੀਂ ਪਾਉਂਦਾ। ਬਟ ਹੁਣ ਉਹਨਾਂ ਨੂੰ ਜਿਹੜਾ ਹੈਗਾ ਆ ਕੰਮਾਂ ਤੋਂ ਕੱਢ ਰਹੇ ਆ, ਜੌਬਸ ਤੋਂ ਕੱਢ ਰਹੇ ਆ, ਨਾ ਉਹਨਾਂ ਨੂੰ ਕੋਈ ਇੱਦਾਂ ਦੀ ਤਸੱਲੀ ਦੇ ਰਿਹਾ ਕਿ ਹਾਂਜੀ ਤੁਹਾਡੀ ਜਿਹੜੀਆਂ ਜੌਬਸ ਹੈਗੀਆਂ ਉਹ ਸੇਫ ਹੈਗੀਆਂ, ਸਿਕਿਉਰ ਹੈਗੀਆਂ। ਤੇ ਦੂਜੇ ਪਾਸੇ ਇਹ ਅਨਟ੍ਰੇਨਡ ਸਟਾਫ ਜਿਹੜਾ ਹੈ ਲਿਆਉਣ ਦੀ ਗੱਲ ਕਰਦੇ ਆ। ਕੀ ਗੱਲ, ਸਟੂਡੈਂਟਸ ਜਿਹੜੇ ਹੈਗੇ ਆ ਚਲੋ ਠੀਕ ਆ, ਡਿਪਲੋਮਾਸ ਕੀਤੇ ਆ, ਜਿਹਨਾਂ ਡਿਗਰੀਆਂ ਕੀਤੀਆਂ ਹੈਗੀਆਂ ਆ, ਕਿ ਉਹਨਾਂ ਦੇ ਕੋਲ ਪ੍ਰੋਪਰ ਟ੍ਰੇਨਿੰਗ ਹੈਗੀ ਆ ਸਪੈਸ਼ਲੀ ਇਸ ਕੋਵਿਡ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ। ਤੇ ਕਿਉਂਕਿ ਇਹ ਜਿਹੜੀ ਚੀਜ਼ ਹੋ ਗਈ, ਜਿਹੜੇ ਹੁਣ ਪਿਛਲੇ ਸਾਲ ਦੇ ਕੰਮ ਕਰਦੇ ਉਹਨਾਂ ਨੂੰ ਬਹੁਤ ਹੀ ਸਹੀ ਤਰੀਕੇ ਦੇ ਨਾਲ ਇਹਨੂੰ ਮੈਨੇਜ ਕਰਨ ਦਾ ਉਹਨਾਂ ਕੋਲ ਤਜਰਬਾ ਵੀ ਆ ਚੁੱਕਾ ਸੀ। ਤੇ ਹੁਣ ਕਿਉਂ ਇਹ ਸਾਡੀ ਗਵਰਨਮੈਂਟ ਆ, ਚਲੋ ਆਪਾਂ ਮੰਨਦੇ ਆ ਕਿਤੇ ਨਾ ਕਿਤੇ ਜਾ ਕੇ ਜਿੱਥੇ ਸਾਨੂੰ ਹੋਰ ਐਕਸਟਰਾ ਸਟਾਫ ਦੀ ਜ਼ਰੂਰਤ ਹੁੰਦੀ ਆ ਉੱਥੇ ਇਹਨਾਂ ਨੂੰ ਲਿਆ ਸਕਦੇ ਆ। ਬਟ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ ਪਹਿਲੇ ਹੈਗੇ ਉਹਨਾਂ ਨੂੰ ਹਟਾ ਕੇ ਤੇ ਇਹਨਾਂ ਨੂੰ ਰਿਪਲੇਸ ਕਰਨਾ, ਤੇ ਇਹ ਮੈਨੂੰ ਲੱਗਦਾ ਕਿ ਗਵਰਨਮੈਂਟ ਦੀ ਬਹੁਤ ਹੀ ਵੱਡੀ ਭੁੱਲ ਹੋਊਗੀ, ਕਿਉਂਕਿ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਨ ਵਾਲੀ ਗੱਲ ਹੈਗੀ ਆ। ਕਿਉਂਕਿ ਜਦੋਂ ਵੀ ਆਪਾਂ ਵੀ ਆ ਹੁਣ ਇੱਥੇ ਸੈੱਟ ਦੇ ਉੱਤੇ ਬੈਠਦੇ ਆ, ਜਦੋਂ ਤਜਰਬਾ ਨਹੀਂ ਹੁੰਦਾ ਤੇ ਉਹਨੂੰ ਜਿਹੜਾ ਤਜਰਬੇਦਾਰ ਹੁੰਦਾ ਸਾਨੂੰ ਉਹਦੇ ਨਾਲ ਹੀ ਬੈਠਣਾ ਪੈਂਦਾ, ਕਿਉਂਕਿ ਸਾਨੂੰ ਇਸ ਚੀਜ਼ ਬਾਰੇ ਵੀ ਨੌਲੇਜ ਪ੍ਰੋਪਰ ਆ ਸਕੇ। ਤੇ ਇੱਥੇ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਲੋਕਾਂ ਦੇ ਜਾਨਾਂ ਦੀ। ਜੇਕਰ ਉਹਨਾਂ ਨੂੰ ਟ੍ਰੇਨਿੰਗ ਹੀ ਹੈ ਨਹੀਂ ਪ੍ਰੋਪਰਲੀ, ਈਵਨ ਦੋ ਕਿ ਉਹ ਇੱਕ ਆਪਾਂ ਕਹਿ ਲਈਏ ਕਿ ਉਹਦੇ ਬਾਰੇ ਡਿਪਲੋਮਾ ਲੈ ਚੁੱਕੇ ਆ, ਜਿੰਨਾ ਚਿਰ ਕੋਈ ਵੀ ਕੰਮ ਹੈਗਾ ਆ ਉਹਨੂੰ ਪ੍ਰੈਕਟਿਸ ਉਹਦੀ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਉਸ ਚੀਜ਼ ਵਿੱਚ ਮਾਹਰ ਨਹੀਂ ਹੁੰਦੇ। ਤੇ ਕਿਤੇ ਨਾ ਕਿਤੇ ਹੈਗਾ ਕਿ ਗਵਰਨਮੈਂਟ ਜਿਹੜੀ ਹੈਗੀ ਆ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਤੇ ਮੈਂ ਜਿੱਦਾਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਜੇਕਰ ਇਹ ਸਟਾਫ ਹੈਲਪ ਸਟਾਫ ਦੇ ਤੌਰ ਤੇ ਆ ਰਿਹਾ ਆ ਫਿਰ ਕੁਝ ਵੱਖਰੀ ਗੱਲ ਆ ਕਿ ਠੀਕ ਹੈ ਕਿ ਡਾਕਟਰਸ ਹੈਗੇ ਆ, ਨਰਸਾਂ ਹੈਗੀਆਂ, ਉਹਨਾਂ ਦੇ ਨਾਲ ਇਹਨਾਂ ਨੇ ਆਣ ਕੇ ਸਹਾਇਤਾ ਕਰਨੀ ਆ, ਪੇਸ਼ੈਂਟਸ ਨੂੰ ਲੁੱਕ ਆਫਟਰ ਕਰਨਾ ਆ। ਫਿਰ ਤਾਂ ਮੈਂ ਕਹੂੰਗੀ ਕਿ ਗਵਰਨਮੈਂਟ ਦੀ ਵਧੀਆ ਗੱਲ ਹੈਗੀ ਆ ਕਿ ਚਲੋ ਇਸ ਟਾਈਮ ਸਾਨੂੰ ਐਕਸਟਰਾ ਸਟਾਫ ਦੀ ਜ਼ਰੂਰਤ ਆ। ਜੇਕਰ ਐਕਸਟਰਾ ਸਟਾਫ ਦੇ ਲਈ ਇਹ ਲੈ ਕੇ ਆ ਰਹੇ ਫਿਰ ਤਾਂ ਠੀਕ ਆ, ਬਟ ਜੇਕਰ ਇਹਨਾਂ ਨੂੰ ਕਹਿ ਲਈਏ ਕਿ ਇਹ ਇਕੱਲਾ ਜਿਹੜਾ ਇਨਸਾਨ ਹੈਗਾ ਆ, ਉਹਨਾਂ ਨੂੰ ਅਨਟ੍ਰੇਨਡ ਸਟਾਫ ਨੂੰ ਲਿਆ ਕੇ ਪੇਸ਼ੈਂਟ ਨੂੰ ਸੰਭਾਲਣ ਦੀ ਗੱਲ ਕਰੀਏ, ਚਾਹੇ ਉਹਨਾਂ ਨੂੰ ਟ੍ਰੀਟ ਕਰਨ ਗੱਲ ਕਰੀਏ, ਤੇ ਫਿਰ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਇੱਕ ਅਣਗਹਿਲੀ ਵਾਲੀ ਗੱਲ ਹੈਗੀ ਆ। ਬਿਲਕੁਲ, ਕਿਉਂਕਿ ਮੈਮ ਆਪਾਂ ਦੇਖਦੇ ਹਾਂ ਕਿ ਜਿਹੜਾ ਮਰੀਜ਼ ਹੁੰਦਾ ਉਹ ਸਟਾਫ ਦੇ ਭਰੋਸੇ ਹੀ ਹੁੰਦਾ, ਕਿਉਂਕਿ ਡਾਕਟਰ ਜਿਹੜੀਆਂ ਸੇਵਾਵਾਂ ਜਿਹੜਾ ਨੀਚੇ ਵਾਲਾ ਸਟਾਫ ਦਿੰਦਾ, ਚਾਹੇ ਨਰਸਿਸ ਦੀ ਗੱਲ ਕਰ ਲਈਏ, ਡਾਕਟਰ ਸਾਰਾ ਦਿਨ ਉਹ ਸੇਵਾਵਾਂ ਨਹੀਂ ਦੇਖ ਸਕਦੇ। ਉਹਨਾਂ ਦਾ ਇੱਕ ਟਾਈਮ ਹੁੰਦਾ ਕਿ ਉਹਨਾਂ ਨੇ ਮਰੀਜ਼ ਨੂੰ ਚੈੱਕ ਕਰਨ ਲਈ ਆਉਣਾ, ਬਾਕੀ ਸਾਰਾ ਟਾਈਮ ਜਿਹੜੀ ਪੇਸ਼ੈਂਟ ਦੀ ਕੇਅਰ ਹੈ ਤਾਂ ਉਹ ਜਿਹੜਾ ਨੀਚੇ ਵਾਲਾ ਸਟਾਫ ਉਹਨਾਂ ਨੇ ਹੀ ਕਰਨੀ ਹੈ। ਤੇ ਹੁਣ ਦੇਖੋ ਕਰੋਨਾ 'ਚ ਬਹੁਤ ਸਾਰੇ ਮਾਮਲੇ ਆਪਾਂ ਇਹੋ ਜਿਹੇ ਹੀ ਦੇਖੇ ਕਿ ਜਿਹੜਾ ਟ੍ਰੇਨਡ ਸਟਾਫ ਵੀ ਕਰੋਨਾ ਮਰੀਜ਼ ਦੇ ਨੇੜੇ ਜਾਣ ਤੋਂ ਡਰਦਾ ਹੈ, ਤੇ ਇਦਾਂ ਜਿਹੜਾ ਅਨਟ੍ਰੇਨਡ ਆਪਾਂ ਸਟਾਫ ਭਰਤੀ ਕਰਾਂਗੇ, ਚਲੋ ਮੰਨ ਲਓ ਕੇਅਰ ਵੀ ਕਰਦਾ ਹੈ, ਤੇ ਥੋੜੀ ਮੋਟੀ ਉਹਨਾਂ ਦੀ ਜਿਹੜੀ ਭੁੱਲ ਚੁੱਕ ਹੋਊਗੀ ਕਿਸੇ ਵੀ ਮਰੀਜ਼ ਦੀ ਜਿਹੜੀ ਜਾਨ ਲੈ ਸਕਦੀ ਹੈ। ਤੇ ਦੂਜੀ ਗੱਲ ਇਹ ਵੀ ਰਾਜ ਹੈਗੀ ਹੈ ਕਿ ਜਦੋਂ ਇਹ ਸਟਾਫ ਨੂੰ ਇਹ ਹਾਇਰ ਕਰਨ ਦੀ ਕੋਸ਼ਿਸ਼ ਕਰਦੇ ਕਹਿ ਰਹੇ ਆ ਕਿ ਉਹਨਾਂ ਨੂੰ ਅਸੀਂ ਸੱਦਦੇ ਆ ਕਿ ਉਹ ਜਿਹੜਾ ਅਨਟ੍ਰੇਨਡ ਸਟਾਫ ਹੈਗਾ ਆ ਕਿ ਉਹ ਆਪਣੀ ਜਿਹੜੀ ਹੈਗੀ ਆ ਜਾਨ ਜੋਖਮ ਦੇ ਵਿੱਚ ਪਾਉਣ ਨੂੰ ਤਿਆਰ ਹੋ ਜਾਣਗੇ। ਕਿਉਂਕਿ ਇੱਕ ਤਾਂ ਆਪਾਂ ਕਹਿ ਲਈਏ ਕਿ ਇੱਕ ਮਹਾਮਾਰੀ ਹੈਗੀ ਇੱਦਾਂ ਦੀ ਜਿਹਨਾਂ ਨੂੰ
ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਲਈ ਉਹਨਾਂ ਨੂੰ ਟ੍ਰੇਨ ਕੀਤਾ ਹੋਊਗਾ। ਜੇ ਮੰਨ ਲਿਆ ਕਿ 1 ਸਾਲ ਸਾਡੇ ਕੋਲ ਸੀਗਾ, ਜੇ ਇਹਨਾਂ ਨੂੰ ਉਸ ਚੀਜ਼ ਲਈ ਤਿਆਰ ਵੀ ਕੀਤਾ ਜਾਂਦਾ ਫਿਰ ਵੀ ਬਹੁਤ ਵਧੀਆ ਗੱਲ ਹੈਗੀ ਕਿ ਜਿਹੜੇ ਬੱਚੇ ਆਲਰੇਡੀ ਇਸ ਚੀਜ਼ ਤੇ ਪੜ੍ਹਾਈ ਕਰ ਰਹੇ ਆ, ਡਾਕਟਰੇਟ ਕਰ ਰਹੇ ਆ, ਨਰਸਾਂ ਦਾ ਕਰ ਰਹੇ ਆ ਕੋਰਸਿਸ, ਤੇ ਇਹਨਾਂ ਨੂੰ ਗਵਰਨਮੈਂਟ ਨੂੰ ਉਦੋਂ ਹੀ ਚਾਹੀਦਾ ਸੀਗਾ ਕਿ ਅਸੀਂ ਇਹ ਸਟਾਫ ਜਿਹੜਾ ਹੈਗਾ ਆ ਉਹਨਾਂ ਨੂੰ ਇਸ ਚੀਜ਼ ਲਈ ਤਿਆਰ ਕਰਨਾ ਸ਼ੁਰੂ ਕਰ ਦਈਏ। ਕਿਉਂਕਿ ਇਹ ਕਰੋਨਾ ਜਿਹੜੀ ਹੈਗੀ ਆਪਾਂ ਇਹ ਨਹੀਂ ਕਹਿੰਦੇ ਕਿ ਹਾਂਜੀ ਹੁਣੇ ਹੀ ਇਹ ਜਿੱਦਾਂ ਕਹਿੰਦੇ ਕਾਲੀ ਦੇ ਵਿੱਚ ਦੌੜ ਜਾਊ ਕਿਸੇ ਪਾਸੇ, ਹੁਣ ਤਾਂ ਇਹ ਲੈ ਕੇ ਚੱਲਣਾ ਕਿ ਇਹ ਸਾਡੇ ਨਾਲ ਹੀ ਰਹਿਣੀ ਆ। ਤੇ ਜਿਹੜੀ ਹੁਣ ਇਹਦਾ ਇੱਕ ਕਹਿਰ ਹੈਗਾ ਆ, ਆਪਾਂ ਕਹਿ ਲਈਏ ਜਿੰਨਾ ਚਿਰ ਪ੍ਰੋਪਰ ਮੈਡੀਸਨ ਨਹੀਂ ਨਿਕਲਦੀ, ਜਿੰਨਾ ਚਿਰ ਵੈਕਸੀਨ ਜਿਹੜੀ ਹੈਗੀ ਆਪਣਾ ਕੰਮ ਕਰਨਾ ਨਹੀਂ ਸ਼ੁਰੂ ਕਰਦੀ, ਤੇ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਕਿ ਇਹਦਾ ਪ੍ਰਮਾਣ ਜਿਹੜਾ ਹੈਗਾ ਇਹ ਸਮੁੰਦਰ ਦੀਆਂ ਛੱਲਾਂ ਵਾਂਗੂ ਆਉਣੀ ਆ, ਥੱਲੇ ਬੈਠਣੀ ਆ, ਆਉਣੀ ਆ, ਥੱਲੇ ਬੈਠਣੀ। ਇਹ ਹੁਣ ਰੱਬ ਹੀ ਜਾਣੇ, ਕੁਦਰਤ ਹੀ ਜਾਣੇ ਕਿ ਇਹ ਕਿੰਨਾ ਚਿਰ ਰਹੂਗੀ। ਕਿਉਂਕਿ ਦੂਜੇ ਪਾਸੇ ਇਹ ਹੈ ਕਿ ਅਸੀਂ ਦੁਨੀਆ ਭਰ ਵਿੱਚ ਇਹਦੇ ਕੇਸਿਸ ਹੈਗੇ ਆ, ਕੰਟਰੀਜ਼ ਜਿਹੜੀਆਂ ਹੈਗੀਆਂ ਨੋਰਮਲ ਤਰੀਕੇ ਨਾਲ ਤੁਰ ਪੈਂਦੀਆਂ, ਪਰ ਫਿਰ ਛੱਲ ਇਹਦੀ ਫੇਰ ਆ ਜਾਂਦੀ ਆ। ਤੇ ਹੁਣ ਇੰਡੀਆ ਦੇ ਵਿੱਚ ਆਪਾਂ ਕਹੀਏ ਕਿ ਦੂਜੀ ਲਹਿਰ ਨੇ ਬਹੁਤ ਹੀ ਇੱਕ ਭਿਆਨਕ ਰੂਪ ਲੈ ਚੁੱਕੀ ਆ। ਹਰ ਇੱਕ ਜਿੱਦਾਂ ਆਪਾਂ ਕਹ ਲਈਏ ਕਿ ਸੂਬੇ ਦੇ ਵਿੱਚ ਇਹਨੂੰ ਬਹੁਤ ਹੀ ਇਹਦੀ ਜਿਹੜੀ ਆ ਮਾਰ ਜਿਹੜੀ ਪੈ ਰਹੀ ਆ, ਤੇ ਕੁਛ ਨਾ ਕੁਛ ਤਾਂ ਹੱਦ ਤੱਕ ਆਪਾਂ ਕਹ ਲਈਏ ਕਿ ਲੋਕੀ ਵੀ ਤਿਆਰ ਹੈ ਨਹੀਂ ਸੀਗੇ ਇਸ ਚੀਜ਼ ਵਾਸਤੇ, ਕਿਉਂਕਿ ਲੋਕਾਂ ਦੇ ਦਿਮਾਗ ਵਿੱਚ ਇਹ ਹੋ ਗਈ ਸੀ ਕਿ ਹਾਂਜੀ ਪਿਛਲੇ ਸਾਲ ਆਇਆ ਕੁਛ ਹੋਇਆ ਤਾਂ ਹੈ ਨੀਗਾ, ਤੇ ਥੋੜੀਆਂ ਅਣਗਹਿਲੀਆਂ ਅਸੀਂ ਖੁਦ ਵੀ ਕਰਨ ਲੱਗ ਪਏ ਆ, ਇਸ ਚੀਜ਼ ਨੂੰ ਲਾਈਟਲੀ ਲੈਣ ਲੱਗ ਪਏ ਆ। ਤੇ ਦੂਜੇ ਪਾਸੇ ਇਹ ਹੈਗਾ ਆ ਕਿ ਪਿਛਲੇ ਸਾਲ ਇੰਡੀਆ ਦੇ ਵਿੱਚ ਜਿਹੜਾ ਲੋਕਡਾਊਨ ਲਗਾਉਣ ਦੇ ਕਾਰਨ ਕਰਕੇ ਤਾਂ ਭਾਵੇਂ ਸਾਨੂੰ ਤਕਲੀਫ ਉਦੋਂ ਹੁੰਦੀ ਸੀ ਕਿ ਸਾਨੂੰ ਪ੍ਰਸ਼ਾਸਨ ਬਾਹਰ ਨਹੀਂ ਨਿਕਲ ਦਿੰਦਾ, ਬਟ ਮੇਰੇ ਹਿਸਾਬ ਦੇ ਨਾਲ ਉਦੋਂ ਬਹੁਤ ਹੀ ਵਧੀਆ ਆਪਾਂ ਜੇ ਗੱਲ ਕਰੀਏ ਪੰਜਾਬ ਸੂਬੇ ਦੀ, ਤਾਂ ਸਭ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਡਿਸੀਜਨ ਕੈਪਟਨ ਅਰਵਿੰਦਰ ਸਿੰਘ ਨੇ ਪਹਿਲਾਂ ਹੀ ਸਭ ਤੋਂ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਮੈਂ ਆਪਣੇ ਸੂਬੇ ਨੂੰ ਤਾਲਾਬੰਦੀ ਕਰਨ ਲੱਗਾ, ਇੱਥੋਂ ਨਾਮ ਜਿੱਦਾਂ ਜਿਹੜੇ ਆਣਗੇ ਤਾਂ ਉਹ ਟੈਸਟ ਤੋਂ ਬਿਨਾਂ ਅੰਦਰ ਐਂਟਰ ਨਹੀਂ ਹੋ ਸਕਦੇ, ਪਾਸ ਤੋਂ ਬਿਨਾਂ ਐਂਟਰ ਨਹੀਂ ਹੋ ਸਕਦੀ। ਤੇ ਮੈਨੂੰ ਲੱਗਦਾ ਕਿ ਜੇਕਰ ਹੁਣ ਵੀ ਸੈਕੰਡ ਲਹਿਰ ਜਦੋਂ ਆਈ ਸੀਗੀ ਤੇ ਉਦੋਂ ਹੀ ਆਪਣੇ ਸੂਬਿਆਂ ਦੇ ਵਿੱਚ ਕੰਪਲੀਟ ਤਾਲਾਬੰਦੀ ਕਰਨੀ ਚਾਹੀਦੀ ਸੀ, ਕਿਉਂਕਿ ਸੈਕੰਡ ਲਹਿਰ ਦਾ ਸਾਨੂੰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕਿੰਨੀ ਕੁ ਘਾਤਕ ਹੋਣੀ ਆ। ਬਟ ਹੁਣ ਜਦੋਂ ਇਹ ਜਿੱਦਾਂ ਆਪਾਂ ਕਹਿ ਲਈਏ ਕਮਿਊਨਿਟੀ ਦੇ ਵਿੱਚ ਸਪਰੈਡ ਤੀਜੇ ਸਟੇਜ ਦੇ ਵਿੱਚ ਇਹ ਇੰਟਰ ਕਰ ਚੁੱਕੀ ਆ, ਤੇ ਹੁਣ ਅਸੀਂ ਫਿਰ ਵੀ ਨਹੀਂ ਕੁਝ ਸੁੱਖਦੇ, ਤੇ ਨਾ ਸਾਡੀ ਜਿਹੜੀ ਕਮਿਊਨਿਟੀ ਹੈਗੀ ਆ ਜਿਹੜੀ ਆ ਲੋਕ ਮਰ ਰਹੇ ਆ, ਚਿਤਾ ਜਲ ਰਹੀਆਂ ਆ, ਦੇਹ ਸੰਸਕਾਰ ਕਰਨ ਨੂੰ ਵੀ ਥਾਂ ਨਹੀਂ ਲੱਭ ਰਿਹਾ, ਲੱਕੜੀਆਂ ਦੀ ਘਾਟ ਹੋ ਰਹੀ ਆ। ਇਸ ਕਰਕੇ ਹੁਣ ਆਪਾਂ ਦੇਖਿਆ ਕਿ ਲਾਸਟ ਹਫ਼ਤੇ ਤੋਂ ਜਿਹੜੀਆਂ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ, ਜਿੱਥੇ ਨਦੀਆਂ ਦੇ ਵਿੱਚ ਪਾਣੀ ਦੇ ਵਿੱਚ ਜਿਹੜੀਆਂ ਬੋਡੀਜ਼ ਜਿਹੜੀਆਂ ਤਾਰੀਆਂ ਜਾ ਰਹੀਆਂ, ਤੇ ਇਸ ਨੂੰ ਦੇਖ ਕੇ ਰਾਜਵਿੰਦਰ ਅੰਦਾਜ਼ਾ ਲਗਾ ਸਕਦੇ ਆ ਕਿ ਇਸ ਸੈਕੰਡ ਲਹਿਰ ਦਾ ਜਿਹੜਾ ਆ ਖੌਫ ਜਿਹੜਾ ਆਪਾਂ ਕਹਿ ਲਈਏ ਜਾਂ ਅਸਰ ਹੈਗਾ ਆ ਬਹੁਤ ਹੱਦ ਤੱਕ ਦੇਖਣ ਨੂੰ ਮਿਲ ਰਿਹਾ ਆ। ਤੇ ਜੇਕਰ ਆਪਾਂ ਉੱਤੇ ਗੱਲ ਕਰਦੇ ਆ ਕਿ ਜੇਕਰ ਅਨਟ੍ਰੇਨਡ ਸਟਾਫ ਹਸਪੀਟਲਸ ਵਿੱਚ ਆਂਦਾ ਆ ਤਾਂ ਕਿਤੇ ਨਾ ਕਿਤੇ ਜਾ ਕੇ ਅਣਗਹਿਲੀ ਵਾਲੀ ਗੱਲ ਹੋਊਗੀ, ਅਨਲੈਸ ਸਾਡਾ ਕਿ ਜਿਹੜਾ ਇਹ ਸਟਾਫ ਲੈ ਕੇ ਆਏ ਉਹ ਹੈਲਪਰ ਸਟਾਫ ਹੋਊਗਾ। ਠੀਕ ਹੈ, ਉਹ ਗੱਲ ਵਧੀਆ ਕਿ ਜੇ ਹੈਲਪਰ ਸਟਾਫ ਵਜੋਂ ਰੱਖਦੇ ਆ ਤਾਂ, ਕਿਉਂਕਿ ਇਹਦੇ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਕਿ ਆਪਾਂ ਪਤਾ ਨਹੀਂ ਇਹ ਲਹਿਰ ਕਿੰਨੀ ਦੇਰ ਤੱਕ ਚੱਲਣੀ ਹੈ, ਤੇ ਚਲ ਉਦੋਂ ਤੱਕ ਉਹ ਟ੍ਰੇਨਡ ਹੋ ਜਾਣਗੇ, ਤੇ ਪਰ ਜੇਕਰ ਸਿੱਧੇ ਲੈ ਕੇ ਆਉਂਦੇ ਤਾਂ ਫਿਰ ਸ਼ਰੇਆਮ ਜਿਹੜੀ ਮਰੀਜ਼ਾਂ ਦੇ ਨਾਲ ਜਾਨ ਦੇ ਨਾਲ ਖਿਡਵਾੜ ਕਰਨ ਵਾਲੀ ਗੱਲ ਹੈ। ਤੇ ਅਗਲੀ ਖਬਰ ਵੀ ਸਾਡੀ ਇਸੇ ਤਰ੍ਹਾਂ ਦੀ ਹੈਗੀ ਆ ਕਿ ਕੇਂਦਰ ਵੱਲੋਂ ਭੇਜੇ ਗਏ ਜਿਹੜੇ 90% ਆ ਵੈਂਟੀਲੇਟਰ ਉਹ ਕੰਮ ਹੀ ਨਹੀਂ ਕਰਦੇ, ਤੇ ਇਹਨਾਂ ਨੇ 3 ਜਿਹੜੇ ਮੈਡੀਕਲ ਹਸਪਤਾਲ ਆ ਉਹਨਾਂ 'ਚ ਜਿਹੜੇ ਵੈਂਟੀਲੇਟਰ ਭੇਜੇ, ਜਿਨ੍ਹਾਂ 'ਚੋਂ ਜੇ ਕਿਸੇ 'ਚੋਂ 80 ਭੇਜਿਆ ਤਾਂ ਉਹਦੇ 'ਚੋਂ 20 ਕੰਮ ਕਰਦੇ ਆ, ਤੇ 3 ਮੈਡੀਕਲ ਹਸਪਤਾਲ ਦਾ ਇਹੀ ਹਾਲ ਹੈ। ਤੇ ਰਾਜਵਿੰਦਰ ਇਹੀ ਆਪਾਂ ਗੱਲ ਕਰੀਏ ਕਿ ਆਪਾਂ ਕਹਿ ਤਾਂ ਦਿੰਦੇ ਆ ਕਿ ਪ੍ਰਾਈਵੇਟ ਹਸਪੀਟਲ ਜਿਹੜੇ ਹੈਗੇ ਆ ਉਹ ਮੈਡੀਕਲ ਕੇਅਰ ਵਾਸਤੇ ਉਹਨਾਂ ਦੀ ਫੀਸਾਂ ਬਹੁਤ ਜ਼ਿਆਦੀਆਂ ਹੁੰਦੀਆਂ। ਆਪਾਂ ਕੰਪੇਅਰ ਕਰੀਏ ਮੈਡੀਕਲ ਹਸਪੀਟਲ ਪ੍ਰਾਈਵੇਟ ਹਸਪੀਟਲ ਤੇ ਜਿਹੜੇ ਹੈਗੇ ਆ ਗਵਰਨਮੈਂਟ ਜਿਹੜੇ ਹਸਪੀਟਲ ਸਿਵਲ ਹਸਪੀਟਲ ਜਿਹਨਾਂ ਨੂੰ ਆਪਾਂ ਸ਼ਾਇਦ ਪੰਜਾਬੀ ਦੇ ਵਿੱਚ ਕਹਿੰਦੇ ਆ। ਤੇ ਹੁਣ ਗੱਲ ਇੱਥੇ ਆਉਂਦੀ ਆ ਕਿ ਸਾਡੀਆਂ ਜਿਹੜੀਆਂ ਇਹ ਹਸਪੀਟਲ ਦੀਆਂ ਆ ਮੈਨੇਜਮੈਂਟ ਬੋਡੀਜ਼ ਹੈਗੀਆਂ ਆ, ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਹੈਗਾ, ਜਾਂ ਜਿੱਦਾਂ ਹੁਣ ਜਦੋਂ ਇਹ ਵੈਂਟੀਲੇਟਰਸ ਡਿਸਟ੍ਰੀਬਿਊਟ ਕੀਤੇ ਗਏ ਆ, ਕੀ ਗਵਰਨਮੈਂਟ ਦਾ ਫਰਜ਼ ਨਹੀਂ ਬਣਦਾ ਸੀਗਾ ਕਿ ਇਹਨਾਂ ਨੂੰ ਪਹਿਲਾਂ ਦੇਖੀਏ ਕਿ ਇਹ ਚੱਲਦੇ ਆ ਕਿ ਨਹੀਂ ਚੱਲਦੇ। ਚੀਜ਼ ਜਿੱਦਾਂ ਹੁਣ ਅੰਨ ਵਰਤੋਂ ਦੇ ਵਿੱਚ ਪਈ, ਘਰ ਦੇ ਵਿੱਚ ਵੀ ਪਈ ਹੁੰਦੀ ਆ, ਤਾਂ ਉਹ ਵੀ ਆਪਾਂ ਵਰਤੋਂ ਚ ਲਿਆਉਣ ਤੋਂ ਪਹਿਲਾਂ ਉਹਨੂੰ ਸਾਫ਼ ਸਫਾਈ ਕਰੀਦੀ, ਸਾਰਾ ਕੁਛ ਕਰੀਦਾ ਕਿ ਚੈੱਕ ਕਰ ਲਈਏ ਕਿ ਕੰਮ ਆਉਣ ਤੇ ਕੰਮ ਆਊਗੀ ਕਿ ਨਹੀਂ। ਤੇ
ਅਣਗਹਿਲੀ ਫਿਰ ਇਹ ਆਪਾਂ ਕਹਿੰਦੇ ਆ ਕਿ ਗਵਰਨਮੈਂਟ ਇਹ ਜਿਹੜੇ ਪ੍ਰਸ਼ਾਸਨ ਵੱਲੋਂ ਆਪਾਂ ਕਹਿ ਦਈਏ ਕਿ ਮੈਨੇਜਮੈਂਟ ਮੈਡੀਕਲ ਦੀ ਹੈਗੀ ਆ, ਇਹਨਾਂ ਨੂੰ ਇਸ ਹੁਣ ਪਿਛਲੇ ਸਾਲ ਦਾ ਇਹ ਕੁਝ ਹੋ ਰਿਹਾ ਆ। ਤੇ ਕੀ ਗੱਲ ਜਿਹੜੇ ਉਹ ਵੈਂਟੀਲੇਟਰਸ ਅਨਯੂਜ਼ਡ ਪਏ ਸੀ ਉਹਨਾਂ ਦੀ ਮੇਨਟੇਨੈਂਸ ਜਿਹੜੀ ਆ, ਉਹਨਾਂ ਦੀ ਰਿਪੇਅਰਸ ਹੈਗੀ ਆ, ਜੋ ਕੁਝ ਵੀ ਆ ਉਹ ਕਰਾ ਕੇ ਅਸੀਂ ਤਿਆਰ ਨਹੀਂ ਹੋ ਸਕਦੇ? ਕੀ ਅਸੀਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਿਰਫ NGOs ਤੇ ਸੁੱਟ ਕੇ ਰਾਜੀ ਹੈਗੇ ਆ? ਤੇ ਜਾਂ ਫਿਰ ਇਹ ਉਮੀਦਾਂ ਲਾ ਕੇ ਬੈਠੇ ਰਹਿੰਦੇ ਆ ਕਿ ਅਸੀਂ ਆਮ ਜਿਹੜੀ ਪਬਲਿਕ ਹੈਗੀ ਆ ਉਹ ਸਾਨੂੰ ਫੰਡ ਦੇਵੇ ਤਾਂ ਅਸੀਂ ਸਹੂਲਤਾਂ ਦੇਈਏ? ਜੀ, ਗਵਰਨਮੈਂਟ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਸੈਕੰਡ ਲਹਿਰ ਪਿਛਲੇ ਸਾਲ ਤਾਂ ਜਿਹੜਾ ਇਹਨਾਂ ਨੇ ਕੀਤਾ ਸੀ ਫੰਡ ਇਕੱਠਾ ਕਰ ਕਰਕੇ ਤੇ ਜੇਬਾਂ ਭਰ ਕੇ ਤੇ ਬੈਠ ਗਏ ਆ, ਉਸ ਫੰਡ ਨੂੰ ਇਹਨਾਂ ਦੱਸਿਆ ਵੀ ਨਹੀਂ ਕਿ ਕੀ ਇਹਨੂੰ ਕੀਤਾ ਕੀ ਕੀਤਾ ਨਹੀਂ। ਬਟ ਹੁਣ ਜਦੋਂ ਆਕਸੀਜਨ ਦੀ, ਵੈਂਟੀਲੇਟਰਸ ਦੀ, ਜਾਂ ਆਪਾਂ ਕਹਿ ਲਈਏ ਗੈਸ ਸਿਲੰਡਰਸ ਜਿਹੜੇ ਆ ਆਕਸੀਜਨ ਦੇ, ਉਹਨਾਂ ਦੀ ਗੱਲ ਕਰ ਲਈਏ, ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਗਵਰਨਮੈਂਟ ਵੱਲੋਂ ਪ੍ਰੋਪਰ ਪ੍ਰੋਵਾਈਡ ਨਹੀਂ ਕੀਤੀਆਂ ਜਾ ਰਹੀਆਂ। ਤੇ ਹੁਣ ਜੇ ਆਪਾਂ ਗੱਲ ਕਰੀਏ ਵੈਂਟੀਲੇਟਰਸ ਦੀ, ਤੇ ਵੈਂਟੀਲੇਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੂੰ ਜਿੰਨੇ ਵੀ ਇਹਨਾਂ ਕੋਲ ਹੈਗੇ ਆ, ਜੇਕਰ ਉਹਨੂੰ ਤੁਸੀਂ ਮੇਨਟੇਨ ਕਰਕੇ ਰੱਖ ਹੀ ਨਹੀਂ ਸਕਦੇ ਤੇ ਫਿਰ ਉਹ ਰੱਖੇ ਕਿਉਂ ਆ? ਜੀ, ਤੇ ਜੇਕਰ ਜਿਹੜੇ ਹਸਪੀਟਲ ਦੇ ਵਿੱਚ, ਜਿੱਦਾਂ ਆਪਾਂ ਭਾਵੇਂ ਕਹਿ ਲਈਏ ਕਿ ਛੋਟੇ ਹੀ ਹਸਪੀਟਲ ਹੈਗੇ ਆ, ਤੇ ਉਹਨਾਂ ਦੇ ਵਿੱਚ ਵੈਂਟੀਲੇਟਰ ਦੀ ਫੈਸਿਲਿਟੀ ਤਾਂ ਹੋਣੀ ਚਾਹੀਦੀ ਹੈ ਨਾ। ਬਿਲਕੁਲ, ਜਿੱਥੇ ਆਪਾਂ ਇੱਥੇ ਇੰਡੀਆ ਦੇ ਵਿੱਚ ਟਰੋਮਾ ਸੈਂਟਰ ਕਹਿ ਦਿੰਦੇ ਆ, ਐਕਸੀਡੈਂਟ ਐਂਡ ਐਮਰਜੈਂਸੀ ਨੂੰ ਡਿਪਾਰਟਮੈਂਟ ਟਰੋਮਾ ਸੈਂਟਰ, ਜੇਕਰ ਉੱਥੇ ਤੁਹਾਨੂੰ ਪਤਾ ਕਿ ਇਦਾਂ ਦਾ ਕੋਈ ਮਰੀਜ਼ ਆਂਦਾ ਜਿਹਨੂੰ ਸਟ੍ਰੇਟ ਵੇ ਵੈਂਟੀਲੇਟਰ ਦੀ ਜ਼ਰੂਰਤ ਹੈਗੀ, ਜਿਹਨੂੰ ਬਰੀਥਿੰਗ ਪ੍ਰੋਬਲਮਸ ਆ ਰਹੀਆਂ ਆ ਸਾਹ ਲੈਣ ਤੋਂ, ਤੇ ਤੁਸੀਂ ਕਿੱਦਾਂ ਉਸ ਇਨਸਾਨ ਨੂੰ ਇੱਕ ਉਹ ਆਪਾਂ ਕਹਿ ਲਈਏ ਕਿ ਵੈਂਟੀਲੇਟਰ ਜੇ ਉਹ ਲਾ ਵੀ ਦਿੱਤਾ, ਜੇਕਰ ਉਹ ਚੱਲਦਾ ਨਹੀਂ ਤਾਂ ਤੁਸੀਂ ਮਰੀਜ਼ ਜਿਹਨੂੰ ਤਾਂ ਜਿੱਦਾਂ ਕਹਿੰਦੇ ਹੁੰਦੇ ਡੈਥ ਬੈੱਡ ਦੇ ਉੱਤੇ ਪਾ ਹੀ ਦਿੱਤਾ ਆ। ਜੀ, ਦੇਖੋ ਜਿਹੜੇ ਫਰੀਦਕੋਟ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਹੈ, ਇੱਥੇ ਆਈ ਸੀ 113 ਵੈਂਟੀਲੇਟਰ, ਉਹਦੇ ਚੋਂ 90 ਖਰਾਬ ਹੈ ਤੇ ਸਿਰਫ 23 ਚੱਲ ਰਹੇ ਆ। ਦੇਖੋ, ਪਹਿਲਾਂ ਤਾਂ ਇਹਨਾਂ ਦੀ ਨਾਕਾਮੀ ਕਿ ਹੁਣ ਕੇਂਦਰ ਨੂੰ ਬਲੇਮ ਕਰ ਰਹੇ ਆ ਕਿ ਉਹਨਾਂ ਨੇ ਖਰਾਬ ਵੈਂਟੀਲੇਟਰ ਭੇਜੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਤੁਹਾਡਾ ਸਟਾਫ ਸੀਗਾ ਕਿ ਉਹਨਾਂ ਨੇ ਆਉਣ ਤੇ ਹੀ ਚੈਕਿੰਗ ਨਹੀਂ ਕੀਤੀ, ਫਿਰ ਦੇਖੋ ਸਾਲ ਹੋ ਗਿਆ ਦਿੱਤੇ ਹੋਏ ਨੂੰ, ਪਿਕਚਰਸ ਉੱਦਾਂ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਕਿ ਖਰਾਬ ਹੋਏ ਉਵੇਂ ਦੇ ਹੀ ਪਏ ਆ। ਹੁਣ ਇਹ ਮੰਗ ਕਰ ਰਹੇ ਆ ਕਿ ਸਾਨੂੰ ਜਿਹੜਾ ਨਾਲ ਦੇ ਨਾਲ ਇੱਕ ਇੰਜੀਨੀਅਰ ਵੀ ਪ੍ਰੋਵਾਈਡ ਕਰਨਾ ਚਾਹੀਦਾ ਹੈ, ਕਿ ਇੱਕ ਇੰਜੀਨੀਅਰ ਹੋਣਾ ਚਾਹੀਦਾ ਜਿਹੜੀ ਵੈਂਟੀਲੇਟਰ ਦੀ ਟੇਕ ਕੇਅਰ ਕਰੇ, ਜਦੋਂ ਖਰਾਬ ਹੋ ਜਾਏ ਤੇ ਉਹਨੂੰ ਸੰਭਾਲੇ। ਦੇਖੋ, ਐਡਾ ਵੱਡਾ ਮੈਡੀਕਲ ਹਸਪੀਟਲ ਆ ਤੇ ਉੱਥੇ ਇੱਕ ਅਜੇ ਤੱਕ ਉਹ ਜਿਹੜੇ ਇੰਜੀਨੀਅਰ ਦੀ ਜਾਂ ਤਾਂ ਕਹਿ ਲਓ ਪੋਸਟ ਹੈ ਨਹੀਂ ਗੀ ਤੇ ਜਾਂ ਭੇਜਿਆ ਨਹੀਂ ਗਿਆ। ਫਿਰ ਉਹੀ ਗੱਲ ਕਰਦੀ ਆ ਕਿ ਚਾਹੇ ਆਪਾਂ ਹਸਪੀਟਲਸ ਦੀ ਗੱਲ ਕਰ ਲਈਏ, ਚਾਹੇ ਪ੍ਰਾਈਵੇਟ ਹਸਪੀਟਲ ਹੈ, ਚਾਹੇ ਤੇ ਆਪਾਂ ਕਹਿ ਲਈਏ ਗਵਰਨਮੈਂਟ ਹਸਪੀਟਲ, ਸਪੈਸ਼ਲੀ ਜਿਹੜੇ ਗਵਰਨਮੈਂਟ ਹਸਪੀਟਲ ਵੀ ਹੈਗੇ ਆ ਉਹਨਾਂ ਦੇ ਵਿੱਚ ਤਾਂ ਇਹ ਆਮ ਹੀ ਅਣਗਹਿਲੀਆਂ ਦੇਖਣ ਨੂੰ ਮਿਲਦੀਆਂ। ਤੇ ਪ੍ਰਾਈਵੇਟ ਹਸਪੀਟਲਸ ਜਿਹੜੇ ਹੈਗੇ ਆ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਲਈਏ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇੰਨੀ ਕੁ ਕਮਾਈ ਕਰ ਚੁੱਕੇ ਆ ਇਸ ਕਰੋਨਾ ਮਹਾਮਾਰੀ ਤੋਂ, ਕਿਉਂਕਿ ਇਹਨਾਂ ਦੇ ਢਿੱਡ ਬਹੁਤ ਭਰ ਚੁੱਕੇ ਆ। ਹਰ ਇੱਕ ਜਿਹੜਾ ਮਰੀਜ਼ ਉੱਥੇ ਇੰਟਰ ਹੁੰਦਾ ਉਹ ਤੋਂ ਘੱਟੋ ਘੱਟ 5-7 ਲੱਖ ਰੁਪਈਆ ਲੈ ਕੇ ਉਹਨੂੰ ਕੱਢਦੇ ਆ। ਤੇ ਜਦੋਂ ਕਈ ਮਰੀਜ਼ ਇਦਾਂ ਦੇ ਵੀ ਦੇਖਣ ਨੂੰ ਹੁੰਦੇ ਕਿ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਘਰਦਿਆਂ ਕੋਲ ਪੈਸੇ ਨਹੀਂ ਹੁੰਦੇ ਉਹਨੂੰ ਪੇ ਕਰਨ ਵਾਸਤੇ, ਤੇ ਉਹ ਉਹਨਾਂ ਚਿਰ ਬੋਡੀ ਜਿਹੜੀ ਹੈਗੀ ਆ ਰਿਲੀਜ਼ ਨਹੀਂ ਕਰਦੇ ਜਿੰਨਾ ਚਿਰ ਉਹ ਉਹਦੇ ਘਰ ਦੇ ਜਿਹੜੇ ਹੈਗੇ ਆ ਪੇਮੈਂਟ ਨਹੀਂ ਕਰਦੇ। ਤੇ ਫਿਰ ਪੁੱਛਣ ਵਾਲੀ ਗੱਲ ਇਹਨਾਂ ਤੋਂ ਇਹ ਆ ਕਿ ਜੇਕਰ ਤੁਸੀਂ ਇੰਨਾ ਪੈਸਾ ਕਮਾ ਰਹੇ ਆ ਤੇ ਫਿਰ ਜੇ ਸਿਹਤ ਸਹੂਲਤਾਂ, ਚਾਹੇ ਉਹ ਵੈਂਟੀਲੇਟਰਸ ਜਾਂ ਭਾਵੇਂ ਹੋਰ ਵੀ ਸਿਹਤ ਸਹੂਲਤਾਂ ਨੂੰ ਲੈ ਕੇ ਉੱਥੇ ਮਸ਼ੀਨਾਂ ਜਿਹੜੀਆਂ ਹੈਗੀਆਂ ਆ ਤੇ ਉਹਨਾਂ ਦੀ ਮੇਨਟੇਨੈਂਸ ਕਰਨੀ, ਉਹਨੂੰ ਮੇਨਟੇਨ ਰੱਖਣਾ ਕਿਹਦਾ ਫਰਜ਼ ਹੈਗਾ? ਤੁਹਾਡਾ ਹਸਪੀਟਲ ਦੇ ਮੈਨੇਜਮੈਂਟ ਦਾ ਹੀ ਆ ਨਾ। ਉਹ ਸਾਡੇ ਵਰਗਿਆਂ ਤਾਂ ਆ ਕੇ ਦੱਸਣਾ ਨਹੀਂ ਭਾਈ ਤੁਹਾਡੇ ਵੈਂਟੀਲੇਟਰ ਚੱਲਦੇ ਨਹੀਂ ਤੇ ਉਹਨਾਂ ਨੂੰ ਠੀਕ ਕਰਵਾ ਲਵੋ, ਤੇ ਜਾਂ ਕਿ ਅਸੀਂ ਤੁਹਾਨੂੰ ਇੰਜੀਨੀਅਰ ਭੇਜੀਏ ਉਹਨੂੰ ਠੀਕ ਕਰਨ ਵਾਸਤੇ। ਇਹ ਚੀਜ਼ਾਂ ਇਹ ਹੈ ਕਿ ਹਰ ਇੱਕ ਪੈਸਾ ਕਮਾਉਣ ਤੇ ਲੱਗਾ, ਭਾਵੇਂ ਉਹ ਆਪਾਂ ਗਵਰਨਮੈਂਟ ਕਹਿ ਲਈਏ, ਭਾਵੇਂ ਪ੍ਰਾਈਵੇਟ ਕੰਪਨੀਜ਼ ਕਹਿ ਲਈਏ, ਭਾਵੇਂ ਪ੍ਰਾਈਵੇਟ ਹਸਪੀਟਲਸ ਦੀ ਗੱਲ ਹੁਣ ਆਪਾਂ ਕਰਦੇ ਆ, ਹਰ ਇੱਕ ਹੀ ਆਪਣੇ ਢਿੱਡ ਭਰਨ ਤੇ ਲੱਗਾ ਆ ਤੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਕਿ ਲੋਕਾਂ ਦੀਆਂ ਜਾਨਾਂ ਜਾ ਰਹੀਆਂ, ਅਸੀਂ ਜਾਨਾਂ ਦੇ ਨਾਲ ਖਿਲਵਾੜ ਕਰ ਰਹੇ ਆ। ਜੇਕਰ ਇਸ ਟਾਈਮ ਦੇ ਵਿੱਚ ਅਸੀਂ ਆਪਣੀ ਇਨਸਾਨੀਅਤ ਨਹੀਂ ਜਗਾਉਂਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨ ਦੀ ਜਿਹੜੀ ਕਦਰ ਹੈਗੀ ਆ, ਮੈਂ ਕੱਲ ਵੀ ਜਿੱਦਾਂ ਦੋਸਤਾਂ ਦੇ ਨਾਲ ਕੀਤੀ ਕਿ ਕਦਰਾਂ ਕੀਮਤਾਂ ਜਿਹੜੀਆਂ ਆ ਉਹ ਅਸੀਂ ਭੁਲਾ ਚੁੱਕੇ ਆ ਤੇ ਸਿਰਫ ਸਾਨੂੰ ਇੱਕ ਪੈਸਾ ਹੀ ਦਿਖਦਾ, ਪੈਸੇ ਤੋਂ ਬਿਨਾਂ ਕੁਛ ਨਹੀਂ। ਤੇ ਦੋਸਤੋ, ਜੇਕਰ ਪੈਸਾ ਹੀ ਸਭ ਕੁਛ ਆ ਤੇ ਹੁਣ ਆਪਾਂ ਜਿਹੜੇ ਆਪਣੇ ਪਿਆਰੇ ਜਿਹੜੇ ਆ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਆ, ਉਹ ਪੈਸੇ ਦੇ ਨਾਲ ਅਸੀਂ ਉਹਨਾਂ ਦੀਆਂ ਜਾਨਾਂ ਵੀ ਨਹੀਂ ਬਚਾ ਸਕਦੇ। ਤੇ ਇੱਥੇ ਹੈਗਾ ਕਿ ਸਾਨੂੰ ਜਿਹੜਾ ਲਾਲਚ ਹੈਗਾ ਉਹ ਛੱਡਣਾ ਪੈਣਾ। ਗੁਰਬਾਣੀ ਤਾਂ ਪਹਿਲਾਂ ਹੀ ਸਾਨੂੰ ਸਮਝਾਉਂਦੀ ਹੁੰਦੀ ਆ ਕਿ ਕਾਮ, ਕ੍ਰੋਧ, ਲੋਭ, ਮੋਹ ਜਿਹੜੇ ਇਹ ਹੈਗੇ ਆ ਤੇ ਇਹਨਾਂ ਤੋਂ ਬਚ ਕੇ ਰਹੋ। ਜਦੋਂ ਇਹ ਮੋਹ ਹੈਗਾ ਆ ਮਾਇਆ ਦਾ ਜਿਹੜਾ ਆ
ਪੈਸਾ ਇਕੱਠਾ ਕਰਨ ਦਾ ਲਾਲਚ ਜਦੋਂ ਸਾਡੇ ਵਿੱਚ ਆ ਜਾਂਦਾ ਆ ਨਾ, ਉਦੋਂ ਇਨਸਾਨ ਨਹੀਂ ਰਹਿੰਦਾ, ਉਹ ਇੱਕ ਦਰਿੰਦਾ ਬਣ ਚੁੱਕਿਆ ਹੁੰਦਾ। ਕਿਉਂਕਿ ਜਿੱਥੇ ਪੈਸੇ ਦਾ ਲਾਲਚ ਆ ਜਾਂਦਾ, ਤੁਸੀਂ ਦਿਲ ਤੋਂ ਕੁਝ ਵੀ ਨਹੀਂ ਕਰ ਸਕਦੇ। ਹਾਂ, ਇਨਸਾਨੀਅਤ ਔਰ ਰਿਸ਼ਤੇ ਉੱਥੇ ਪਿੱਛੇ ਰਹਿ ਜਾਂਦੇ ਆ, ਤੁਸੀਂ ਖੋ ਦਿੰਦੇ ਆ। ਤੇ ਇਹੀ ਹਾਲ ਸਾਡੇ ਅੱਜ ਕੱਲ ਹਸਪੀਟਲ ਦਾ ਹੈਗਾ ਕਿ ਇਹਨਾਂ ਨੂੰ ਸਿਰਫ ਪੈਸੇ ਕਮਾਉਣ ਦੀ ਪਈ ਆ। ਇਹ ਨਹੀਂ ਹੈਗਾ ਕਿ ਜਿਹੜਾ ਪੈਸਾ ਚਲੋ ਅਸੀਂ ਕਮਾ ਰਹੇ ਆ, ਬੰਦਾ ਕਮਾਓ, ਠੀਕ ਆ, ਬਟ ਸਿਹਤ ਸਹੂਲਤਾਂ ਤਾਂ ਪ੍ਰੋਪਰ ਦੇਵੋ ਨਾ, ਜਿਹੜੇ ਅਫੋਰਡ ਕਰ ਸਕਦੇ ਆ। ਜਿਹੜੇ ਤੁਹਾਡੇ ਵੱਡੇ ਵੱਡੇ ਹਸਪੀਟਲਾਂ 'ਚ ਆਉਂਦੇ ਆ, ਲੱਖ ਰੁਪਈਆ ਇੱਕ ਦਿਨ ਦਾ ਜਿਹੜੀ ਉਹਨਾਂ ਦੀ ਟ੍ਰੀਟਮੈਂਟ ਦਾ ਉਹ ਚਾਰਜ ਕਰ ਰਹੇ ਆ। ਪਰ ਫਿਰ ਵੀ ਤੁਸੀਂ ਜੇਕਰ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਦੇ ਸਕਦੇ, ਜਾਂ ਜੋ ਮਸ਼ੀਨਰੀ ਤੁਹਾਡੇ ਪਈ ਹੈ, ਚਾਹੇ ਵੈਂਟੀਲੇਟਰਸ ਹੈ, ਚਾਹੇ ਜਿੰਨੇ ਵੀ ਮੈਡੀਕਲ ਰਿਲੇਟਡ ਹੈਗੇ ਆ, ਤੇ ਉਹਨਾਂ ਨੂੰ ਤੁਸੀਂ ਪ੍ਰੋਪਰ ਮੇਨਟੇਨ ਕਰਕੇ ਰੱਖੋ। ਬਿਲਕੁਲ ਜੀ। ਔਰ ਦੇਖੋ, ਤੁਸੀਂ ਇਲਾਜ ਦੇ ਨਾਂ ਤੇ ਤਾਂ ਚਲੋ ਇਹਨਾਂ ਨੇ ਜਿਹੜਾ ਜੋ ਵੀ ਮੈਡੀਸਨ ਦੇ ਨਾਂ ਤੇ ਜਿਹੜਾ ਲੈਂਦੇ ਆ, ਪਰ ਬਿੱਲ ਜਦੋਂ ਬਣਾਉਂਦੇ ਆ ਨਾ, ਉਹਦੇ 'ਚ ਵੀ ਵੱਡੀ ਅਣਗਹਿਲੀ ਸਾਹਮਣੇ ਆ ਰਹੀ ਹੈ। ਮੇਰੇ ਨੋਨ ਟੂ ਸੀ ਹਸਪੀਟਲ ਐਡਮਿਟ ਸੀਗੇ, ਜਦੋਂ ਉਹਨਾਂ ਨੂੰ ਛੁੱਟੀ ਮਿਲੀ ਤਾਂ ਦੇਖਿਆ ਕਿ ਬਿੱਲ ਦੇ ਵਿੱਚ ਜਿੱਦਾਂ ਰਾਤ ਨੂੰ ਉਹਨਾਂ ਦੀ 12:30 ਉਹਨਾਂ ਨੂੰ ਐਡਮਿਟ ਕਰਦੇ ਆ, ਤਾਂ ਉਸ ਪੂਰੇ ਦਿਨ ਦਾ ਜਿਹੜਾ ਬਿੱਲ ਆ ਉਹਨਾਂ ਨੂੰ ਉਹ ਚਾਰਜ ਪਾਏ ਗਏ ਆ। ਫਿਰ ਜਿਸ ਦਿਨ ਛੁੱਟੀ ਮਿਲਦੀ ਹੈ 12 ਵਜੇ ਮਿਲਦੀ ਹੈ, ਤਾਂ ਪੂਰੀ ਨਾਈਟ ਤੱਕ ਦੇ ਚਾਰਜ ਉਹਨਾਂ ਨੂੰ ਪਾਏ ਜਾਂਦੇ ਆ। ਫਿਜ਼ੀਓਥੈਰੇਪੀ ਉਹਨਾਂ ਦੀ ਬਿਲਕੁਲ ਨਹੀਂ ਹੋਈ ਸੀ, ਉਹ ਫਿਜ਼ੀਓਥੈਰੇਪੀ ਦਾ ਬਿੱਲ ਵੀ ਜਿਹੜਾ ਵਿੱਚ ਲਾਇਆ ਗਿਆ। ਤੁਸੀਂ ਦੇਖੋ ਕਿ ਪੜ੍ਹੇ ਲਿਖੇ ਤਬਕੇ ਨਾਲ ਇਹ ਕੁਛ ਕਰ ਰਹੇ ਆ ਹਸਪੀਟਲ ਵਾਲੇ। ਜਿਹੜਾ ਇੱਕ ਕਾਮਨ ਪਰਸਨ ਹੈ, ਪਿੰਡ ਤੋਂ ਉੱਠ ਕੇ ਗਿਆ, ਜਿਹਨੂੰ ਕੋਈ ਜ਼ਿਆਦਾ ਇੰਨੀ ਨੌਲੇਜ ਨਹੀਂ ਹੈਗੀ, ਉਹਨਾਂ ਦੇ ਨਾਲ ਇਹ ਕਿੰਨੀ ਘਪਲੇਬਾਜ਼ੀ ਕਰਦੇ ਹੋਣਗੇ ਇਹਨਾਂ ਚੀਜ਼ਾਂ ਦੇ ਨਾਂ ਤੇ। ਬਿਲਕੁਲ ਰਾਜ, ਜਿੱਦਾਂ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਇਨਸਾਨੀਅਤ ਸਾਡੇ ਵਿੱਚੋਂ ਮਰ ਚੁੱਕੀ ਆ, ਸਿਰਫ ਪੈਸਾ ਹੀ ਸਾਡਾ ਰਹਿ ਗਿਆ ਆ। ਪਰ ਪੈਸਾ ਕਮਾਉਣ ਦਾ ਵੀ ਕੋਈ ਢੰਗ ਹੁੰਦਾ, ਕੋਈ ਅਸੂਲ ਹੁੰਦਾ। ਜੇਕਰ ਇਹ ਨਿੱਕੀਆਂ ਤੁਸੀਂ ਗੱਲਾਂ ਦੇ ਨਾਲ ਪੈਸੇ ਨੂੰ ਹੀ ਲੈ ਕੇ ਬੈਠੇ ਆ, ਤੇ ਇਨਸਾਨੀਅਤ ਕਿੱਥੇ ਆ? ਇਸ ਟਾਈਮ ਭਾਵੇਂ ਉਹ ਹਸਪੀਟਲਸ ਹੈਗੇ ਆ, ਭਾਵੇਂ ਅਸੀਂ ਆਮ ਇਨਸਾਨ ਹੈਗੇ ਆ, ਇਸ ਟਾਈਮ ਰਲ ਮਿਲ ਕੇ ਇਸ ਮਹਾਮਾਰੀ ਤੋਂ ਸਾਨੂੰ ਨਿਜਾਤ ਚਾਹੀਦੀ ਆ। ਤੇ ਇਸੇ ਪੈਸਾ ਕਮਾਉਣ ਦਾ ਜਿਹੜਾ ਆਪਣੇ ਇੰਡੀਆ ਦੇ ਵਿੱਚ ਸਪੈਸ਼ਲੀ ਤਾਂ ਇੱਕ ਕਹਿ ਲਈਏ ਕਿ ਸ਼ਰਮਨਾਕ ਇੱਕ ਗੱਲ ਹੋ ਰਹੀ ਆ, ਜਿੱਥੇ ਕਿ ਗੈਸ ਸਿਲੰਡਰਸ ਨੂੰ ਲੈ ਕੇ ਉਹਨਾਂ ਦੇ ਵੀ ਜਿੱਥੇ 400-500 ਰੁਪਏ ਦਾ ਉਹ ਭਰਦਾ ਆ, ਤੇ 5-5000 ਰੁਪਏ ਤੱਕ ਉਹਨੂੰ ਰੀਫਲ ਮਿਲ ਰਿਹਾ ਆ। ਫਿਰ ਆਪਾਂ ਆਕਸੀਮੀਟਰਸ ਕਹਿ ਲਈਏ, ਜਿਹੜੇ ਉਹ ਆਕਸੀਮੀਟਰ ਹੈਗੇ ਆ, ਉਹ ਵੀ ਜਿਹੜੇ ਹੈਗੇ 300-400-500 ਰੁਪਏ ਤੱਕ ਮਿਲਦੇ ਆ, ਤਾਂ ਹੁਣ 5-5000 ਰੁਪਏ ਦੇ ਵਿੱਚ ਉਹ ਮਿਲਦੇ ਆ। ਇਸ ਚੀਜ਼ ਨੂੰ ਲੈ ਕੇ ਰਾਜ ਆਉਣ ਵਾਲਾ ਸਮਾਂ ਜਿਹੜਾ ਆਪਾਂ ਹੈਗਾ ਕਿ ਮੇਰੇ ਹਿਸਾਬ ਦੇ ਨਾਲ ਬਹੁਤ ਹੀ ਭਿਆਨਕ ਦਿਖ ਰਿਹਾ। ਕਿਉਂਕਿ ਜਿਹੜੇ ਹੈਗੇ ਆ ਗੈਸ ਆਕਸੀਜਨ ਦੇ ਜਿਹੜੇ ਆ ਕਨਸੈਂਟਰੇਟਰ ਮਸ਼ੀਨਸ ਜਿਹੜੀਆਂ ਮਾਰਕੀਟ ਦੇ ਵਿੱਚ ਧੜਾ-ਧੜ ਉਹਨਾਂ ਦੀਆਂ ਐਡਵਰਟਾਈਜ਼ ਆਉਣ ਲੱਗ ਗਈਆਂ, ਤੇ ਹੁਣ ਲੋਕ ਕੀ ਕਰਦੇ ਆ, ਚਾਈਨਾ ਦੇ ਵਿੱਚੋਂ ਇਹ ਮੰਗਾ ਰਹੇ ਆ। ਹੁਣ ਉਹਨਾਂ ਨੂੰ ਉੱਥੋਂ ਮੰਗਾ ਕੇ ਗਾਹਾਂ ਜਿਹੜੇ ਹੈਗੇ ਆ ਵੇਚ ਰਹੇ ਆ। ਆਉਣ ਵਾਲਾ ਸਮਾਂ ਜਿਹੜਾ ਹੈਗਾ ਆ ਬਹੁਤ ਹੀ ਇੱਕ ਭਿਆਨਕ, ਇੱਕ ਖਤਰਨਾਕ ਸਾਬਿਤ ਹੋਣ ਵਾਲਾ ਆ ਸਾਡੇ ਇੰਡੀਆ ਵਾਸਤੇ। ਕਿਉਂਕਿ ਸਾਡੇ ਵਿੱਚ ਲਾਲਚ ਇੰਨਾ ਕੁ ਵੱਧ ਗਿਆ ਹੈ ਕਿ ਚੀਜ਼ ਨੂੰ ਜਿਹੜੀ ਹੈਗੀ ਆ ਇੱਕ ਪਤਾ ਵੀ ਨਹੀਂ ਹੁੰਦਾ ਵੀ ਉਹ ਚੀਜ਼ ਸੇਫ ਹੈਗੀ ਆ ਕਿ ਨਹੀਂ ਹੈਗੀ। ਉਹ ਚੀਜ਼ ਜਿਸ ਚੀਜ਼ ਲਈ ਅਸੀਂ ਉਹਨੂੰ ਬਣਾਇਆ ਆ, ਉਹ ਪ੍ਰੋਪਰ ਕੰਮ ਕਰ ਰਹੀ ਆ ਕਿ ਨਹੀਂ ਕਰ ਰਹੀ, ਬਟ ਉਹਦੇ ਤੋਂ ਕਮਾਈ ਕਿੰਨੀ ਕਰਨੀ ਆ ਉਹ ਅਸੀਂ ਪਹਿਲਾਂ ਸੋਚੀਦਾ। ਹੁਣ ਆਹ ਟਾਈਮ ਸਿਰਫ ਲੋਕਾਂ ਨੂੰ, ਕਈਆਂ ਨੂੰ ਤੇ ਇਹ ਹੈਗਾ ਕਿ ਮਹਾਮਾਰੀ ਆ ਗਈ ਤੇ ਸਾਡੀਆਂ ਜੇਬਾਂ ਗਰਮ ਕਰਨ ਦਾ ਹੁਣ ਚਾਂਸ ਸਾਨੂੰ ਹੈਗਾ ਆ। ਹੁਣ ਕਾਲਾ ਬਾਜ਼ਾਰੀ ਇੰਨੀ ਕੁ ਵੱਧ ਚੁੱਕੀ ਆ ਕਿ ਹੁਣ ਰੱਬ ਹੀ ਸਾਨੂੰ ਬਖਸ਼ੇ ਕਿ ਉਹ ਕਿਹੜੇ ਜ਼ਮੀਰ ਦੇ ਨਾਲ ਇਹ ਲੋਕਾਂ ਨੂੰ ਠੱਗ ਰਹੇ ਲੋਕ। ਔਰ ਕਰੋਨਾ ਨਾਲ ਜੁੜੀ ਇੱਕ ਹੋਰ ਖਬਰ ਹੈ, ਕਿਉਂਕਿ ਜਿਹੜੇ ਕੇਸ ਆ ਲਗਾਤਾਰ ਵਧਦੇ ਜਾ ਰਹੇ ਆ, ਤੇ ਦਿੱਲੀ 'ਚ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਹਾਲਾਤ ਉੱਥੇ ਵੀ ਕਾਫੀ ਜ਼ਿਆਦਾ ਖਰਾਬ ਹੈ, ਤਾਂ ਕਰੋਨਾ ਪ੍ਰਭਾਵਿਤ ਜ਼ਿਲ੍ਹਿਆਂ 'ਚ 6 ਤੋਂ 8 ਹਫ਼ਤੇ ਦੀ ਜਿਹੜੀ ਤਾਲਾਬੰਦੀ ਦੀ ਸਿਫਾਰਿਸ਼ ਹੈ ਉਹ ਕੀਤੀ ਗਈ ਆ। ਕਿਉਂਕਿ ਜਿੱਥੇ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਦਰ ਹੈ ਕਰੋਨਾ ਦੇ ਕੇਸਾਂ ਦੀ, ਉੱਥੇ ਵੀ ਤਾਲਾਬੰਦੀ ਨਹੀਂ ਕੀਤੀ ਗਈ। ਜਸਟ ਤਾਲਾਬੰਦੀ ਦੇ ਨਾਂ ਤੇ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ, ਕੋਈ ਵੀ ਮੈਨੂੰ ਲੱਗਦਾ ਕਿ ਪੂਰੀ ਤਰੀਕੇ ਨਾਲ ਉਹਦਾ ਪਾਲਣ ਨਹੀਂ ਕਰਦਾ, ਤੇ ਇਸ ਕਰਕੇ ਸਿਹਤ ਮਾਹਰਾਂ ਨੇ ਕਿਹਾ ਕਿ ਪ੍ਰੋਪਰ ਜਿਹੜੀ ਉੱਥੇ ਤਾਲਾਬੰਦੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹਦੀ ਚੇਨ ਹੈ ਉਹਨੂੰ ਤੋੜਿਆ ਜਾ ਸਕੇ। ਤੇ ਬਿਲਕੁਲ ਰਾਜਵਿੰਦਰ, ਜਿੱਦਾਂ ਹੁਣ ਮੈਂ ਗੱਲ ਕੀਤੀ ਸੀ ਕਿ ਪਿਛਲੇ ਸਾਲ ਜਦੋਂ 3 ਮਹੀਨਿਆਂ ਦਾ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲ ਕੀਤੀ ਸੀ ਕਿ ਤਾਲਾਬੰਦੀ ਹੋ ਗਈ ਸੀ। ਸਪੈਸ਼ਲੀ ਆਪਾਂ ਜੇ ਗੱਲ ਕਰੀਏ, ਮੈਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੇ ਪਿੰਡ ਸੰਭਾਲ ਲਏ ਸੀ। ਉਹਨਾਂ ਨੇ ਟਿਕਰੀ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ। ਬਾਹਰਲਾ ਬੰਦਾ ਕੋਈ ਅੰਦਰ ਆਉਣ ਨਹੀਂ ਦਿੰਦੇ ਸੀ, ਤੇ ਪਿੰਡ ਦੇ ਬੰਦੇ ਜਦੋਂ ਬਾਹਰ ਜਾਂਦੇ ਸੀ ਉਹਨਾਂ ਨੂੰ ਉਹਨਾਂ ਦਾ ਸਰਟੀਫਿਕੇਟ ਜਾਂ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਲਈ ਚੱਲੇ ਆ ਉਹਨਾਂ ਨੂੰ ਹੀ ਨਿਕਲ ਦਿੰਦੇ ਸੀ। ਇਸ ਕਰਕੇ ਪਿੰਡਾਂ ਦੇ ਵਿੱਚ ਬਹੁਤ ਹੱਦ ਤੱਕ ਜਿਹੜੇ ਪਿੰਡ ਪਿਛਲੇ ਸਾਲ ਸੇਫ ਸੀਗੇ, ਤੇ ਹੁਣ ਜਿਹੜੇ ਹੈਗੇ ਆ ਇਸ ਟਾਈਮ ਸਭ ਤੋਂ ਜਿਹੜੀ ਮਾਰ ਪਿੰਡਾਂ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਆ। ਤੇ ਹੁਣ ਜੇਕਰ ਆਪਾਂ ਗੱਲ ਕਰੀਏ ਆਪਣੇ ਪੰਜਾਬ ਦੀ,
ਤੇ ਪੰਜਾਬ ਦੇ ਵਿੱਚ ਵੀ ਕੇਸ ਜਿਹੜੇ ਇੰਨੇ ਕੁ ਵੱਧ ਚੁੱਕੇ ਆ, ਸਪੈਸ਼ਲੀ ਜਿਹੜੇ ਹੁਣ ਪਿੰਡਾਂ ਦੇ ਵਿੱਚ ਇਹਦਾ ਕਹਿਰ ਵਰਤਣ ਲੱਗ ਪਿਆ। ਪਿੰਡਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਇੱਕ ਫੈਮਿਲੀ ਦੇ 3-3 4-4 ਮੈਂਬਰ ਜਿਹੜੇ ਆ ਸੁਣਨ ਵਿੱਚ ਆ ਰਿਹਾ ਆ ਕਿ ਉਹਨਾਂ ਦੀ ਡੈਥਸ ਹੋ ਰਹੀਆਂ ਆ। ਤੇ ਜਦੋਂ ਪਿੰਡ ਦੇ ਵਿੱਚ ਆਪਾਂ ਕਹਿ ਲਈਏ ਕਿ ਪਿੰਡਾਂ ਦੇ ਵਿੱਚ ਲੋਕੀ ਜਿਹੜੇ ਇਹ ਬਹੁਤ ਹੀ ਅਣਗਹਿਲੇ ਆ, ਕਿਉਂਕਿ ਕਹਿਣਾ ਕੁਛ ਨਹੀਂ ਹੋਇਆ, ਫਲਾਣੇ ਦੇ ਘਰ ਹੋਇਆ, ਸਾਨੂੰ ਕੀ ਹੋਣ ਲੱਗਾ। ਤੇ ਹੁਣ ਗੱਲ ਇਹ ਆ ਕਿ ਹਰ ਇੱਕ ਪਿੰਡ ਨੂੰ ਆਪਣਾ ਜਿਹੜਾ ਹੈਗਾ ਆ ਕੰਟਰੋਲ, ਮੈਂ ਕੱਲ ਵੀ ਮੈਂਸ਼ਨ ਕੀਤਾ ਸੀਗਾ, ਤੁਸੀਂ ਆਪਣੇ ਪਿੰਡ ਸੰਭਾਲਣੇ ਸ਼ੁਰੂ ਕਰੋ। ਜੋ ਪਿਛਲੇ ਸਾਲ ਕੀਤਾ ਸੀ ਉਹ ਸਖਤਾਈਆਂ ਵਰਤਣੀਆਂ ਸ਼ੁਰੂ ਕਰੋ, ਨਹੀਂ ਤਾਂ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਵਾਂਗੇ ਕਿ ਜਾਨ ਤੋਂ ਹੱਥ ਧੋ ਸਕਦੇ ਆ। ਕਿਉਂਕਿ ਇੱਕ ਇਹ ਜਿੱਦਾਂ ਮਹਾਮਾਰੀ ਜਿਹੜੀ ਹੈਗੀ ਆ ਬਹੁਤ ਹੀ ਘਾਤਕ ਹੈਗੀ ਆ ਜੀ। ਤੇ ਜੇ ਆਪਾਂ ਗੱਲ ਕਰੀਏ ਕਿ ਤਾਲਾਬੰਦੀ ਦੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਲਗਾਣੀ ਆ ਤੇ ਇਹਨਾਂ ਨੂੰ ਇੱਕ ਘੱਟੋ ਘੱਟ 1 ਮਹੀਨੇ ਲਈ ਕੰਪਲੀਟ ਤਾਲਾਬੰਦੀ ਕਰਨੀ ਚਾਹੀਦੀ ਆ। ਮੈਡੀਕਲ ਤੇ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਹੈਗੀਆਂ ਆ ਉਹ ਜਿੱਦਾਂ ਪਿਛਲੇ ਸਾਲ ਵੀ ਸੀਗਾ ਆਨਲਾਈਨ ਜਿਹੜੀਆਂ ਹੋਣੀਆਂ ਚਾਹੀਦੀਆਂ, ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਰਹਿਣਾ ਚਾਹੀਦਾ ਆ। ਤੇ ਜਿਹੜੀਆਂ ਆਮ ਜਿੱਦਾਂ ਆਪਾਂ ਕਹਿ ਲਈਏ ਕੋਈ ਇਫੈਕਟਡ ਹੈਗੇ ਆ ਉਹ ਵੀ ਘਰਾਂ ਦੇ ਵਿੱਚ ਕੁਆਰੰਟਾਈਨ ਹੋ ਕੇ ਆਪਣੇ ਆਪ ਨੂੰ ਟ੍ਰੀਟ ਕਰਨ। ਜਿੱਥੇ ਸਾਨੂੰ ਨਹੀਂ ਜ਼ਰੂਰਤ ਹੈਗੀ ਕਿ ਅਸੀਂ ਹਸਪੀਟਲ ਦੇ ਵਿੱਚ ਦਾਖਲ ਹੋਣਾ, ਹਸਪੀਟਲਾਂ ਨੂੰ ਬਿਨਾਂ ਕਿਸੇ ਮਤਲਬ ਤੇ ਨਾ ਭਰੋ ਜਾ ਕੇ ਆਪਣੀਆਂ ਜਿਹੜੀਆਂ ਕਹਿੰਦੇ ਹੁੰਦੇ ਆ ਛਿੱਲ ਨਾ ਲਹਾਵੋ ਹਸਪੀਟਲਾਂ ਕੋਲੋਂ, ਕਿਉਂਕਿ ਅਸੀਂ ਪੈਨਿਕ ਹੋ ਜਾਂਦੇ ਆ। ਪੈਨਿਕ ਹੋਣ ਦੇ ਨਾਲ ਸਾਡਾ ਜਿਹੜਾ ਸਾਹ ਆ ਉਹਨੂੰ ਪ੍ਰੋਬਲਮ ਆਉਂਦੀ ਆ। ਇਸ ਕਰਕੇ ਕਈ ਵਾਰੀ ਲੋਕੀ ਜਿਹੜੇ ਦਿਮਾਗ ਦੇ ਵਿੱਚ ਆਉਂਦੇ ਆ ਵੀ ਸਾਨੂੰ ਕਰੋਨਾ ਹੋ ਗਿਆ, ਤੇ ਕਰੋਨਾ ਦੇ ਨਾਲ ਪੈਨਿਕ ਬਹੁਤ ਜਲਦੀ ਹੁੰਦੇ। ਪੈਨਿਕ ਅਟੈਕ ਜਿਹੜਾ ਜਦੋਂ ਹੁੰਦਾ ਉਹਦੇ ਵਿੱਚ ਸਾਨੂੰ ਸਾਹ ਦੀ ਪ੍ਰੋਬਲਮ ਆਉਂਦੀ, ਸਾਨੂੰ ਸਾਡਾ ਏਦਾਂ ਲੱਗਦਾ ਕਿ ਸਾਡਾ ਸਾਹ ਬੰਦ ਹੋ ਚੱਲਿਆ। ਤੇ ਇਹ ਚੀਜ਼ਾਂ ਨੂੰ ਲੈ ਕੇ ਹੈਗਾ ਕਿ ਆਪਣਾ ਖਿਆਲ ਰੱਖਣਾ ਸ਼ੁਰੂ ਕਰੋ। ਤੇ ਮੈਂ ਤਾਂ ਉਮੀਦ ਕਰਦੀ ਹਾਂ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਆ ਕਿ ਇੱਥੇ ਜਲਦੀ ਹੀ ਇੱਕ ਵਾਰੀ ਮਹੀਨੇ ਕੁ ਦਾ ਤਾਲਾਬੰਦੀ ਕੰਪਲੀਟ ਕਰਨ, ਤਾਂ ਜੋ ਇਸ ਜਿਹੜੀ ਮਹਾਮਾਰੀ ਦੀ ਚੇਨ ਟੁੱਟ ਸਕੇ। ਲੋਕੀ ਜਿੰਨਾ ਚਿਰ ਘਰਾਂ 'ਚ ਨਹੀਂ ਬੰਦ ਹੋਣਗੇ ਉਹਨਾਂ ਚਿਰ ਇਹ ਕੰਮ ਜਿਹੜਾ ਹੈਗਾ ਆ ਇਸ ਮਹਾਮਾਰੀ ਤੋਂ ਮੈਨੂੰ ਨਹੀਂ ਲੱਗਦਾ ਇਹ ਚੇਨ ਟੁੱਟੂਗੀ, ਕਿਉਂਕਿ ਅੱਗੇ ਤੋਂ ਅੱਗੇ ਅੱਗ ਵਾਂਗੂ ਇਸਨੇ ਵਧੀ ਹੀ ਜਾਣਾ ਆ। ਇਸ ਕਰਕੇ ਮੇਰੇ ਹਿਸਾਬ ਦੇ ਨਾਲ ਸਿਹਤ ਜਿਹੜੇ ਹੈਗੇ ਆ ਅਧਿਕਾਰੀ ਆ ਉਹਨਾਂ ਨੇ ਇਹ ਡਿਸੀਜਨ ਲੈ ਕੇ ਵਧੀਆ ਗੱਲ ਕੀਤੀ ਆ, ਤਾਂ ਵਧੀਆ ਹੀ ਸੁਜੈਸਟਨ ਉਹਨਾਂ ਦਿੱਤੀ ਆ ਜੀ। ਔਰ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜਾ ਤਾਲਾਬੰਦੀ ਕਰ ਦੋ, ਪਰ ਪਤਾ ਨਹੀਂ ਫਿਰ ਵੀ ਸਰਕਾਰ ਆਪਣੇ ਉਸ ਫੈਸਲੇ ਤੇ ਦੇ ਵਿਚਾਰ ਨਹੀਂ ਕਰ ਪਾਈ। ਔਰ ਮੈਮ ਦੇਖੋ ਪਿਛਲੇ ਸਾਲ ਸਰਕਾਰਾਂ ਨੇ ਵੀ ਬੜਾ ਸੁਚਾਰੂ ਪ੍ਰਬੰਧ ਕੀਤਾ ਸੀਗਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਸਟਾਰਟਿੰਗ 'ਚ ਹੀ ਲੋਕਡਾਊਨ ਲਾਤਾ ਸੀ, ਪੂਰੀਆਂ ਹਰ ਜਗ੍ਹਾ ਤੇ ਪਾਬੰਦੀਆਂ ਸੀ, ਪਿੰਡਾਂ ਦੇ ਲੋਕਾਂ ਨੇ ਵੀ ਪੂਰਾ ਸੁਚਾਰੂ ਪ੍ਰਬੰਧ ਕੀਤਾ ਸੀ। ਹਾਲਾਂਕਿ ਇਸ ਵਾਰ ਜਿਹੜੀ ਲਹਿਰ ਆ ਜ਼ਿਆਦਾ ਘਾਤਕ ਹੈ, ਫਿਰ ਵੀ ਪਤਾ ਨਹੀਂ ਲੋਕ ਕਿਉਂ ਅਵੇਅਰ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ, ਕਿਉਂ ਜਿਹੜੀ ਹੈਗੇ ਨਾ ਤਾਂ ਲੋਕਲ ਲੈਵਲ ਤੇ ਕੁਝ ਕੀਤਾ ਜਾ ਰਿਹਾ, ਤੇ ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਵੀ ਨਹੀਂ ਕਰ ਰਹੀਆਂ। ਤੇ ਰਾਜ ਮੈਨੂੰ ਤਾਂ ਲੱਗਦਾ ਸ਼ਾਇਦ ਵੀ ਪਿਛਲੇ ਸਾਲ ਇੰਡੀਆ ਦੇ ਵਿੱਚ ਸਪੈਸ਼ਲੀ ਆਪਾਂ ਪਿੰਡਾਂ ਦੇ ਵਿੱਚ ਗੱਲ ਕਰੀਏ ਤੇ ਇਸ ਬਿਮਾਰੀ ਨੇ, ਇਸ ਮਹਾਮਾਰੀ ਨੇ ਜ਼ਿਆਦਾ ਅਸਰ ਨਹੀਂ ਕੀਤਾ। ਸ਼ਾਇਦ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੇ ਲੋਕ ਜਿਹੜੇ ਹੈਗੇ ਆ ਇਹੀ ਸੋਚ ਰਹੇ ਆ ਕਿ ਇੰਨਾ ਕੁਛ ਹੈ ਨਹੀਂ ਜੋ ਕੁਛ ਬਣਾ ਰਹੇ ਆ। ਚਲੋ ਮੈਂ ਕੱਲ ਵੀ ਜਿੱਦਾਂ ਮੈਂਸ਼ਨ ਕੀਤਾ ਸੀਗਾ ਕਿ ਮੰਨਦੇ ਆ ਕਿ ਇਹ ਕਰੋਨਾ ਕੁਛ ਨਹੀਂ ਹੈਗਾ, ਬਟ ਇੰਨਾ ਤਾਂ ਆਪਾਂ ਨੂੰ ਪਤਾ ਆ ਨਾ ਕਿ ਇਦਾਂ ਦੀ ਕੋਈ ਚੀਜ਼ ਹੈਗੀ, ਇਦਾਂ ਦੀ ਬਿਮਾਰੀ ਹੈਗੀ, ਇਦਾਂ ਦੀ ਵਾਇਰਸ ਹੈਗੀ ਆ ਕਿ ਜਿਹੜੀ ਇੱਕ ਜਣੇ ਤੋਂ ਦੂਸਰੇ ਜਣੇ ਤੱਕ ਇਹ ਜਾ ਰਹੀ ਆ। ਕੁਛ ਨਾ ਕੁਛ ਤਾਂ ਹੈਗਾ ਹੀ ਆ ਨਾ ਜਿਹੜਾ ਇਹ ਸਪਰੈਡ ਹੋ ਰਿਹਾ ਹੈ, ਫੈਲਦਾ ਜਾ ਰਿਹਾ ਆ। ਤੇ ਉਸ ਨੂੰ ਆਪਾਂ ਕਹਿ ਲਈਏ ਖਤਮ ਕਰਨ ਲਈ, ਉਹਦੀ ਚੇਨ ਤੋੜਨ ਵਾਸਤੇ ਆਪਣਾ ਜਿਹੜਾ ਹੈਗਾ ਆ ਇੱਕ ਸੋਸ਼ਲ ਡਿਸਟੈਂਸ ਜਿਹੜੀ ਹੈਗੀ ਆ, ਸਮਾਜਿਕ ਦੂਰੀਆਂ ਬਣਾ ਕੇ ਰੱਖਣਾ ਪੈਣਾ। ਜਿੰਨਾ ਚਿਰ ਅਸੀਂ ਇਹ ਨਹੀਂ ਘਰਾਂ ਦੇ ਵਿੱਚ ਨਹੀਂ ਬਹਿੰਦੇ ਉਹਨਾਂ ਚਿਰ ਇਹ ਪੋਸੀਬਲ ਨਹੀਂ ਹੈਗਾ। ਘਰਾਂ ਦੇ ਵਿੱਚ ਵੀ ਜਦੋਂ ਹੁਣ ਇੱਕ ਮੈਂਬਰ ਜਿਹੜਾ ਹੈ ਬਾਹਰ ਆਪਾਂ ਕਹਿ ਲਈਏ ਕਿ ਮਾਰਕੀਟ 'ਚ ਆ ਜਾਂ ਉਹ ਕੰਮਾਂ ਕਾਰਾਂ ਦੇ ਕਾਰਨ ਕਰਕੇ ਬਾਹਰ ਜਾਂਦਾ, ਤੇ ਉਹ ਵੀ ਜਦੋਂ ਘਰ ਦੇ ਵਿੱਚ ਇੰਟਰ ਹੁੰਦੀ ਆ, ਉਹਦੀ ਐਂਟਰੀ ਹੁੰਦੀ ਆ, ਉਹਨੂੰ ਵੀ ਆਪਣੀ ਪ੍ਰੀਕਾਸ਼ਨ ਪੂਰੀ ਲੈਣੀ ਚਾਹੀਦੀ। ਆਉਂਦੇ ਜਿਹੜੇ ਹੈਗੇ ਆਪਾਂ ਹੱਥ ਵਗੈਰਾ ਜਾਂ ਡਿਪੈਂਡ ਹੋਗਾ ਵੀ ਉਹ ਆਇਆ ਕਿੱਥੋਂ ਹੈਗਾ ਆ, ਤੇ ਉਹ ਉਸ ਹਿਸਾਬ ਦੇ ਨਾਲ ਜਿਹੜੀ ਹਰ ਇੱਕ ਹੀ ਕੋਈ ਆਪਣੇ ਪ੍ਰੀਕਾਸ਼ਨ ਕਰਨਾ ਸਟਾਰਟ ਕਰ ਦੇਵੇ ਤਾਂ ਕਿਉਂ ਨਹੀਂ। ਕਿਉਂਕਿ ਲਾਸਟ ਈਅਰ ਵੀ ਇਸ ਕਰੋਨਾ ਤੋਂ ਆਪਾਂ ਕਹਿ ਲਈਏ ਕਿ ਜਿੱਤ ਹਾਸਲ ਕੀਤੀ ਸੀਗੀ ਜੀ, ਤੇ ਐਤਕੀ ਵੀ ਪੋਸੀਬਲ ਤਾਂ ਹੈਗਾ, ਬਟ ਐਤਕੀ ਆਪਾਂ ਉਹ ਜਿੱਦਾਂ ਤੁਸੀਂ ਰਾਜਵਿੰਦਰ ਕਿਹਾ ਕਿ ਸਾਡੀ ਕੈਪਟਨ ਸਾਹਿਬ ਚੁੱਪੀ ਧਾਰ ਕੇ ਕਿਉਂ ਬੈਠੇ, ਜੇ ਜਿੱਦਾਂ ਕਹਿੰਦੇ ਹੁੰਦੇ ਆ ਕਿ ਹੁਣ 7 ਤੋਂ 5 ਤੱਕ ਕਰ ਦਿੱਤਾ ਟਾਈਮਿੰਗ, ਤੁਰੇ ਫਿਰੋ, ਖੁੱਲੋ, ਕਰੋ ਸ਼ਾਪਿੰਗ ਕਰੋ, ਜੋ ਮਰਜ਼ੀ ਕਰੋ। ਤੇ
ਜਿਹੜਾ ਹੈਗਾ ਸ਼ਾਮ ਨੂੰ 5 ਤੋਂ ਲੈ ਕੇ ਤੇ ਕੀ ਗੱਲ ਸਵੇਰ ਦੇ 7 ਵਜੇ ਤੱਕ ਕਰੋਨਾ ਕਿੱਥੇ ਜਾਂਦਾ ਆ। ਠੀਕ ਹੈ ਨਾ ਜੀ। ਤੇ ਇਹ ਹੈ ਕਿ ਜੇ ਲੋਕਡਾਊਨ ਕਰਨੀ ਆ, ਤਾਲਾਬੰਦੀ ਕਰਨੀ ਆ, ਕੰਪਲੀਟ ਕਰੋ। ਲੋਕੀ ਜਿਹੜੇ ਹੈਗੇ ਆ ਸਬਰ ਦੇ ਨਾਲ ਘਰ ਬੈਠਣ। ਜਿਹੜੇ ਛੋਟੇ ਬਿਜ਼ਨਸਮੈਨ ਹੈਗੇ, ਚਾਹੇ ਆਪਾਂ ਉਹ ਰੇਹੜੀਆਂ ਵਾਲੇ, ਆਟੋ ਰਿਕਸ਼ੇ ਵਾਲੇ, ਚਾਹੇ ਜੋ ਗਰੀਬ ਤਬਕਾ ਹੈਗਾ ਆ ਜੀ, ਉਹਨਾਂ ਨੂੰ ਤੁਸੀਂ ਖਾਣ ਨੂੰ ਦੇਵੋ। ਘਰ ਬੈਠਣ ਵਿਚਾਰੇ, ਆਪਣੀ ਜਾਨ ਜਿਹੜੀ ਉਹਨਾਂ ਦੀ ਸੇਫ ਹੋਵੇ, ਉਹਨਾਂ ਦੇ ਜਿਹੜੇ ਘਰ ਦੇ ਪਰਿਵਾਰ ਦੇ ਹੈਗੇ ਐਟਲੀਸਟ ਉਹਨਾਂ ਰੋਟੀ ਤੇ ਖਾਣ ਨੂੰ ਮਿਲੇ। ਹੁਣ ਹਰ ਇੱਕ ਹੀ ਚਾਹੁੰਦਾ ਆ ਕਿ ਮੈਂ ਰਾਤ ਨੂੰ ਜਿਹੜੀ ਰੋਟੀ ਆਪਣੇ ਟੱਬਰ ਦੀ ਪਲੇਟ ਦੇ ਵਿੱਚ ਰੱਖਣੀ ਆ, ਲਿਆਉਣੀ ਕਿੱਥੋਂ ਆ? ਕਮਾਓ ਹੀ ਕਰੂਗੇ ਤੇ ਉਹ ਲੈ ਕੇ ਆਉਣਗੇ। ਹੁਣ ਰੇਹੜੀਆਂ ਵਾਲੇ ਆ, ਹੁਣ ਕੱਲ ਆਪਾਂ ਕਵਰ ਕਰਕੇ ਆਏ ਆ ਜੀ, ਤੇ ਵਿਚਾਰੇ ਉਹ ਤੜਫ ਰਹੇ, ਕਹਿੰਦੇ ਸਾਰੀ ਦੁਪਹਿਰ ਸਾਨੂੰ ਧੁੱਪ ਦੇ ਵਿੱਚ ਇੱਥੇ ਬੈਠਣਾ ਪੈਂਦਾ। ਧੁੱਪ ਦੇ ਨਾਲ ਸਾਡੀਆਂ ਸਬਜ਼ੀਆਂ, ਸਾਡੀਆਂ ਫਰੂਟਸ ਉਹ ਅੱਧਾ ਖਰਾਬ ਹੋ ਜਾਂਦਾ ਤੇ ਆਉਂਦਾ ਕੋਈ ਦੁਪਹਿਰ ਨੂੰ ਹੈ ਨਹੀਂ। ਜਦੋਂ ਕਹਿੰਦਾ ਸ਼ਾਮ ਨੂੰ ਠੰਡਾ ਹੁੰਦਾ ਆ 4 ਵਜੇ ਤੋਂ ਬਾਅਦ ਲੋਕੀ ਨਿਕਲਣ, ਚਾਹ ਪਾਣੀ ਪੀ ਕੇ ਆਪਣਾ ਇਹ ਹੈਗਾ ਕਿ ਨੋਰਮਲੀ ਤਾਂ ਜਿੱਦਾਂ 5 ਵਜੇ ਤੋਂ ਬਾਅਦ ਹੀ ਜਦੋਂ ਸ਼ਾਮਾਂ ਪੈ ਜਾਂਦੀਆਂ ਤੇ ਆਪਣੀ ਜੋ ਸਬਜ਼ੀ ਵਗੈਰਾ ਬਣਾਣੀ ਉਦੋਂ ਹੀ ਨਿਕਲ ਕੇ ਤੇ ਲੈ ਕੇ ਆਉਂਦੇ ਆ। ਹੁਣ ਕਹਿੰਦੇ ਕਿ ਟਾਈਮ ਜਦੋਂ 5 ਵਜੇ ਲੋਕ ਗਾਹਕ ਜਿਹੜਾ ਆਉਂਦਾ ਆ ਸਬਜ਼ੀ ਖਰੀਦਣ ਤੇ ਉਦੋਂ ਤੱਕ ਕਹਿੰਦਾ ਪੁਲਿਸ ਆ ਜਾਂਦੀ ਆ ਆਪਣੇ ਡੰਡੇ ਚੱਕ ਕੇ ਕਿ ਇਹਨੂੰ ਸਮਾਨ ਨੂੰ ਚੱਕ ਕੇ ਤੇ ਘਰਾਂ ਨੂੰ ਤੁਰ ਜਾਵੋ। ਹੁਣ ਇਹ ਗਰੀਬ ਜਿਹੜੇ ਹੈਗੇ ਆ, ਹੁਣ ਕਿਸੇ ਦੀ 50 ਰੁਪਏ ਕਮਾਈ ਆ, ਕਿਸੇ ਦੀ 100 ਰੁਪਏ ਆ, ਕਿਸੇ ਦੇ ਕਿੰਨਾ ਆ, ਤੇ ਜਿਹੜਾ ਉਹਨਾਂ ਦਾ ਸਮਾਨ ਹੁੰਦਾ ਆ ਉਹ ਵਿਚਾਰਿਆਂ ਦਾ ਜਿੰਨਾ ਉਹ ਲਿਆ ਕੇ ਰੱਖਿਆ ਹੁੰਦਾ ਉਦੋਂ ਵੱਧ ਉਹਨਾਂ ਦਾ ਖਰਾਬ ਹੋਇਆ। ਹੁਣ ਪੈਸੇ ਜਿਹੜੀ ਗਵਰਨਮੈਂਟ ਹੈਗੀ ਆ ਕਿ ਇਹਨਾਂ ਨੂੰ ਸੋਚਣਾ ਚਾਹੀਦਾ ਆ ਕਿ ਉਹਨਾਂ ਦੇ ਵਿਚਾਰਿਆਂ ਦੇ ਪੈਸੇ ਜਿਹੜੇ ਇਸ ਟਾਈਮ ਖਰਾਬ ਹੋਏ ਆ, ਉਹਨਾਂ ਦੇ ਕਰਜ਼ੇ ਚੜ। ਕੱਲ ਇੱਕ ਵਿਚਾਰੇ ਰੇਹੜੀ ਵਾਲੇ ਦੀ ਕਹਾਣੀ ਜਿਹੜੀ ਸੀ, ਕਹਿੰਦਾ ਮੇਰੇ ਜਿੱਦਾਂ ਬਾਪ ਨੂੰ ਵੀ ਐਡਮਿਟ ਕਰਨਾ ਪਿਆ ਸੀ ਹਸਪੀਟਲ, ਲੱਖ ਰੁਪਇਆ ਕਹਿੰਦਾ ਮੈਂ ਮੇਰੇ ਸਿਰ ਕਰਜ਼ਾ ਉਹਦਾ ਆ। ਬਾਕੀ ਕਹਿੰਦਾ ਮੈਂ ਜਿਹੜੀਆਂ ਸਬਜ਼ੀਆਂ ਲਿਆਉਣੇ, ਜਿਹੜੇ ਮੇਰੇ ਠੇਕੇਦਾਰ ਆ, ਜਿਹੜੇ ਆੜਤੀ ਜਿਹਨਾਂ ਤੋਂ ਸਮਾਨ ਚੱਕਦੇ ਆ ਸਬਜ਼ੀ ਮਾਰਕੀਟ ਚੋਂ, ਹੁਣ ਉਹਨਾਂ ਦਾ ਬਿੱਲ ਕਹਿੰਦਾ ਮੇਰੇ ਸਿਰ ਚੜੀ ਜਾਂਦਾ ਜੀ। ਮੈਂ ਤਾਂ ਕਹਿੰਦਾ ਕਰਜ਼ਾਈ ਹੋ ਗਿਆ। ਜੇ ਕਹਿੰਦਾ ਮੈਂ ਨਹੀਂ ਲੈ ਕੇ ਆਂਦਾ ਤੇ ਮੈਂ ਹੁਣ ਜਿਹੜੇ ਮੇਰੇ ਕੋਲ 100-50 ਰੁਪਇਆ ਆਂਦਾ ਉਹ ਵੀ ਨਹੀਂ ਆਉਣਾ, ਕਿੱਥੋਂ ਕਹਿੰਦਾ ਮੈਂ ਆਪਣੇ ਘਰ ਨੂੰ ਪਾਲਾਂ ਜੀ। ਤੇ ਇਹ ਹੈ ਕਿ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਆ, ਭਾਵੇਂ ਉਹ ਆਟੋ ਰਿਕਸ਼ੇ ਵਾਲੇ ਆ, ਰਿਕਸ਼ੇ ਵਾਲੇ ਆ, ਜੋ ਵੀ ਹੈਗਾ ਗਰੀਬ ਤਬਕਾ ਜਿਹੜਾ ਹੈਗਾ ਆ, ਸਪੈਸ਼ਲੀ ਉਹਨਾਂ ਨੂੰ ਤਾਂ ਤੁਸੀਂ ਕੁਛ ਨਾ ਕੁਛ ਦੇਵੋ ਨਾ। ਘਰਾਂ 'ਚ ਬੈਠ ਕੇ ਅਗਲਾ ਆਪਣਾ ਰੋਟੀ ਤਾਂ ਆਪਣੇ ਪਰਿਵਾਰ ਨੂੰ ਖਾਣ ਨੂੰ ਦੇਵੇ। ਬਾਕੀ ਹੈਗਾ ਕਿ ਤਾਲਾਬੰਦੀ ਜਿਹੜੀ ਹੈਗੀ ਆ ਮੇਰੇ ਹਿਸਾਬ ਦੇ ਨਾਲ ਤਾਂ ਇਸ ਟਾਈਮ ਜੇ ਲਾਣੀ ਆ ਤਾਂ ਇਹਨਾਂ ਨੂੰ ਕੰਪਲੀਟ ਲਾਣੀ ਚਾਹੀਦੀ ਆ, ਕਿਉਂਕਿ ਹਰ ਇੱਕ ਨੂੰ ਪਤਾ ਹੋਵੇ ਵੀ ਹੁਣ ਅਸੀਂ ਬਾਹਰ ਨਹੀਂ ਜਾਣਾ, ਅਸੀਂ ਕੰਮ ਕਾਰ ਨਹੀਂ ਕਰਨੇ ਤੇ ਚੁੱਪ ਕਰਕੇ ਅਸੀਂ ਘਰ ਬੈਠਣਾ। ਔਖਾ ਸੌਖਾ ਚਲੋ ਆਂਢ ਗੁਆਂਢ ਤੋਂ ਜਿੱਦਾਂ ਵੀ ਹੋਊਗਾ ਅਗਲਾ ਆਪਣਾ ਸਾਰ ਲਊਗਾ। ਬਟ ਜੋ ਇਹ ਹੁਣ ਕਰ ਰਹੇ ਆ, ਲੋਕਾਂ ਨੂੰ ਵੀ ਘਾਟਾ ਪੈ ਰਿਹਾ, ਨਾ ਉਹਨਾਂ ਦੇ ਬਿਜ਼ਨਸ ਹੋ ਰਹੇ ਆ। ਤੇ ਜੇਕਰ ਅਗਲੇ ਨੇ ਰੇਹੜੀ ਲਾਣੀ ਆ ਤਾਂ ਹੁਣ ਸਮਾਨ ਲਿਆ ਕੇ ਰੱਖੂਗਾ ਤਾਂ ਫੇਰ ਹੀ ਕੁਛ ਵਿਕੂਗਾ। ਜੇ ਲਿਆ ਕੇ ਰੱਖ ਰਹੇ ਆ ਤੇ ਉਹ ਕੁਛ ਵਿਕਦਾ ਨਹੀਂ ਤਾਂ ਉਹ ਕੂੜੇ ਵਿੱਚ ਹੀ ਮੁੜ ਕੇ ਸਿੱਟਣਾ ਪੈਂਦਾ ਆ ਜੀ। ਬਿਲਕੁਲ। ਔਰ ਜਿਹੜੇ ਸਰਕਾਰ ਦੇ ਬਣਾਏ ਹੋਏ ਰੂਲ ਹੈ ਉਹਨਾਂ ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ, ਆਮ ਲੋਕਾਂ ਦੇ ਮਨਾਂ 'ਚ ਵੀ ਹੁੰਦੇ ਆ, ਤੇ ਅਸੀਂ ਉਹ ਸਾਰੇ ਸਵਾਲ ਹੈ ਜਿਹੜੇ ਉਹ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਤੇ ਚਾਨਣਾ ਵੀ ਪਾਉਣੇ ਕਿ ਕਿਸ ਤਰ੍ਹਾਂ ਜਿਹੜਾ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਔਰ ਇਸੇ ਤਰ੍ਹਾਂ ਦੇ ਮੁੱਦੇ ਲੈ ਕੇ ਹਰ ਰੋਜ਼ ਅਸੀਂ ਹਾਜ਼ਰ ਹੁੰਨੇ ਆ। ਕੱਲ ਫਿਰ ਹਾਜ਼ਰ ਹੋਵਾਂਗੇ। ਅੱਜ ਦੇ ਲਈ ਇੰਨਾ ਹੀ, ਕਿਉਂਕਿ ਸਮਾਂ ਸਾਡੇ ਪ੍ਰੋਗਰਾਮ ਦਾ ਇੱਥੇ ਹੀ ਖਤਮ ਹੁੰਦਾ, ਪਰ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਸੁਰਖੀਆਂ ਦੇ ਨਾਲ। ਤੇ ਦੋਸਤੋ, ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਉਹੀ ਕਹੂੰਗੀ ਕਿ ਆਪਣਾ ਤਾਂ ਆਪਣੇ ਪਿਆਰਿਆਂ ਦਾ ਰੱਖਿਆ ਕਰੋ ਖਿਆਲ, ਕਿਉਂਕਿ ਤੁਹਾਡੀ ਤੇ ਤੁਹਾਡੇ ਪਿਆਰਿਆਂ ਦੀ ਜਿਹੜੀ ਸੇਫਟੀ ਹੈਗੀ ਆ ਉਹ ਤੁਹਾਡੇ ਆਪਣੇ ਹੱਥ ਹੈਗੀ ਆ। ਤੇ ਇਸ ਦੇ ਨਾਲ ਸਾਨੂੰ ਦੇਵੋ ਇਜਾਜ਼ਤ, ਮਿਲਦੇ ਹਾਂ ਕੱਲ ਨੂੰ ਕੁਝ ਨਵੀਆਂ ਸੁਰਖੀਆਂ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ।